ਤਾਰਤਾ ਨਾਲ ਵਿਆਪ ਰਿਹਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਓਮਨੀ ਪ੍ਰੈਜ਼ੈਂਟ ਆ। ਭਾਵ ਨਿਰਗੁਣ ਸਰੂਪ ਹੋ ਕੇ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਹੈ। ਉਸ ਓਂਕਾਰ ਜੀ ਦੀ ਸਿੱਧੀ, ਜੋ ਕਿ ਜਿਹਦੀ ਮੌਜੂਦਗੀ ਹਰ ਥਾਂ 'ਤੇ ਹੈ, ਉਹਦਾ ਅਹਿਸਾਸ ਮਨੁੱਖ ਨੂੰ ਕਿਵੇਂ ਹੋਏ, ਕੀ ਸੋਰਸ ਹੈ ਜਿਹੜਾ ਮਨੁੱਖ ਨੂੰ ਉਸ ਲੈਵਲ 'ਤੇ ਇਨਲਾਈਟਡ ਕਰ ਸਕਦਾ ਹੈ। ਬਾਬਾ ਜੀ ਨੇ ਲਿਖਿਆ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਬਖਸ਼ਿਸ਼। ਜਿਵੇਂ ਤੁਸੀਂ ਉਸ ਗੁਰੂ ਗਿਆਨ ਦੀ ਆਭਾ ਦੇ ਨਾਲ ਆਪਣੇ ਅੰਦਰ ਦੇ ਅਨੁਭੂਤੀ ਦੇ ਨੇਤਰ ਨੂੰ ਇਨਲਾਈਟਡ ਕਰਦੇ ਹੋ, ਉਸ ਨੂੰ ਰੌਸ਼ਨੀ ਪ੍ਰਾਪਤ ਕਰਵਾ ਲੈਂਦੇ ਹੋ, ਤੁਸੀਂ ਉਸ ਲੈਵਲ 'ਤੇ ਆ ਜਾਂਦੇ ਹੋ। ਇਹ ਬਚਨ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅੱਗੇ ਵਾਕ ਪ੍ਰਾਰੰਭ ਕਰਦੇ ਹਾਂ। ਰਹਾਉ ਦੇ ਪਦੇ ਤੋਂ ਵਿਚਾਰ ਦਾ ਆਗਾਜ਼ ਹੈ, ਬਾਕੀ ਕਿਉਂਕਿ ਲੰਮੇਰਾ ਸ਼ਬਦ ਹੈ। ਜਿੰਨੇ ਵੱਧ ਤੋਂ ਵੱਧ ਪਦੇ ਵਿਚਾਰੇ ਗਏ, ਵਿਲ ਟਰਾਈ ਟੂ ਅੰਡਰਸਟੈਂਡ, ਵਿਲ ਟਰਾਈ ਟੂ ਐਕਸਪਲੇਨ। ਬਾਬਾ ਜੀ ਜਿਹੜਾ ਬਚਨ ਕਹਿ ਰਹੇ ਨੇ, ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ। ਰਹਾਓ ਮੇਰੇ ਮਨ। ਮੋਸਟਲੀ ਗੁਰਬਾਣੀ ਦੇ ਵਿੱਚ ਜਦੋਂ ਐਡਰੈਸ ਕਰਨ ਦੀ ਗੱਲ ਆਉਂਦੀ ਹੈ, ਤੇ ਗੁਰੂ ਸਾਹਿਬ ਆਪਣੇ ਆਪ ਨੂੰ ਐਡਰੈਸ ਕਰਦੇ ਨੇ, ਅਤੇ ਆਪਣੇ ਆਪ ਨੂੰ ਵੀ ਐਡਰੈਸ ਕਰਦੇ ਹੋਏ ਆਪਣੀ ਕੌਨਸ਼ੀਅਸ ਨੂੰ, ਆਪਣੀ ਚੇਤਨਾ ਨੂੰ, ਆਪਣੇ ਮਨਵੇ ਦੀ ਬਾਤ ਕਰਦੇ ਨੇ। ਸੋ ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਵੈਨ ਐਵਰ ਵੀ ਰਿਸਾਈਟ ਬਾਣੀ, ਵੀ ਰੀਡ ਬਾਣੀ, ਵੀ ਲਿਸਨ ਬਾਣੀ, ਦ ਮੈਸੇਜ ਇਜ਼ ਕੰਪਲੀਟਲੀ ਕਲੀਅਰ। ਵੀ ਹੈਵ ਟੂ ਅਟੈਂਡ ਬਾਣੀ ਵਿਦ ਆਵਰ ਕੌਨਸ਼ੀਅਸ, ਬਿਕੋਜ਼ ਦ ਹੋਲ ਮੈਸੇਜ is addressing toward us, toward our conscious, and it is telling us, if your conscious is not involved in these messages while reading or reciting or understanding or translation process, then there won't be any meaning to invest your time in these kind of activities. So very first thing is your conscious should be present when we are doing these kind of activities. So here Guru Arjan Sahib is very clear, mere man, oh mere manwa, oh my conscious, oh meri chetna, ਜਪੀਐ ਆ ਜਪਣਾ ਕਰ। ਹੁਣ ਜਪਣ ਦਾ ਮਤਲਬ ਹਾਲਾਂਕਿ ਸਿੰਪਲ ਤੇ ਰਿਸਾਈਟ ਕਰਨਾ ਜਾਂ ਰੀਡ ਕਰਨਾ ਜਾਂ ਚੈਂਟ ਕਰਨਾ ਹੁੰਦਾ ਆ, ਪਰ ਜਪਣ ਦਾ ਮੋਸਟਲੀ ਮਤਲਬ ਇਹ ਹੈ ਕਿ ਜੋ ਸਾਡਾ ਅੰਦਰਲੀ ਦੁਨੀਆ ਦੇ ਵਿੱਚ ਵਿਚਾਰਾਂ ਦਾ ਬਹਾ ਲਗਾਤਾਰ ਚੱਲਦਾ ਹੈਗਾ, ਜਿਹਨੂੰ ਅਸੀਂ ਥਾਟ ਪ੍ਰੋਸੈਸਿੰਗ ਕਹਿੰਦੇ ਹੈਗੇ ਆ। ਹੁਣ ਉਹਦੇ ਵਿੱਚ ਆਪ ਅਹਿਸਾਸ ਕਰੋ ਕਿ ਮੋਸਟ ਆਫ ਦਾ ਟਾਈਮ ਵੀ ਆਰ ਨੋਟ ਅਵੇਅਰ ਅਬਾਊਟ ਇਟ, what is going on in our thoughts. Whenever people try to pay attention what I am carrying in my thoughts, then they realize, oh, actually you can say very good or nice or you can say appropriate part of ideas is very less comparatively. The bad part, which is ugly part, miserable part, that is mostly dominating in my psyche, in my thought processing. So that is the main issue in our mind. Why we are so miserable? Why aren't we able to concentrate on anywhere? Why aren't we able to see everything in black and white? Because inside us the whole process is very, you can say, miserable or very uneven in a way where ਅਸੀਂ ਕਹਿ ਸਕਦੇ ਹੈਗੇ ਹਾਂ ਕਿ ਜਿੱਥੇ ਸਾਨੂੰ ਅਸਲ ਵਿੱਚ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਉਸੇ ਚੀਜ਼ ਨੂੰ, ਉਸ ਪ੍ਰੋਸੈਸ ਨੂੰ, ਜਪਣ ਨੂੰ, ਉਹਨੂੰ ਬਦਲ। ਤੇ ਉਹਦੇ 'ਚ ਬਦਲੇਗਾ ਕੀ, ਤਬਦੀਲ ਕੀ ਕਰੇਗਾ? ਮੇਰੇ ਮਨ ਜਪੀਐ ਹਰ ਭਗਵੰਤਾ। ਹਰ ਭਗਵੰਤਾ, ਅਗੇਨ every word is explaining a vast kind of ideology. If we pay attention to the to specific sounds and words in any kind of, you can say, terminology and any kind of vocabulary. Here the word is coming as a ਭਗਵੰਤ। ਇਹ ਜਿਹੜੀਆਂ ਧੁਨਾਂ ਨੂੰ ਦੇਖੋਗੇ, ਸਾਊਂਡਸ ਨੂੰ ਦੇਖੋਗੇ, ਤੇ ਇਹਦੇ ਵਿੱਚ ਅਰਾਊਂਡ 6 ਧੁਨਾਂ ਕੈਰੀ ਹੁੰਦੀਆਂ ਨੇ।
ਜੇ ਇਹਦੇ 'ਚ ਮੇਨ ਰੂਪ 'ਚ ਦੇਖੀਏ ਤਾਂ 5 ਡੋਮੀਨੇਟ ਕਰਦੀਆਂ ਨੇ। ਜੋ 5 ਡੋਮੀਨੇਸ਼ਨ ਹੈਗੀ ਹੈ ਉਹ ਨੰਬਰ 1 ਹੈਗਾ ਭਗਵੰਤ 'ਚ ਪੱਬਾ। ਪੱਬਾ ਮੀਨ ਭੂਮੀ, ਮੀਨ ਜਿਹੜੀ ਸੋਇਲ ਹੈਗੀ ਹੈ, ਇਹਦੀ ਬਾਤ ਹੋ ਰਹੀ ਹੈ। ਸੈਕਿੰਡ ਗੱਗਾ, ਗੱਗਾ ਮੀਨ ਗਗਨਾ, ਸਪੇਸ। ਵੱਵਾ ਵਾਯੂ, ਏਅਰ ਜਿਹੜੀ ਆ ਹਵਾ ਆ ਸਾਰੇ ਦੀ ਸਾਰੀ। ਭਗਵੰਤਾ, ਵਾਵੇ ਦੇ ਉੱਤੇ ਨੇਜ਼ਲ ਸਾਊਂਡ ਆ ਰਹੀ ਹੈ ਨੰਨੇ ਦੀ, ਨੀਰ ਨਾ। ਤੱਤਾ ਤਪਸ਼, ਫਾਇਰ, ਅਗਨੀ। ਸੋ ਇਹ ਜਿਹੜਾ ਲਾਸਟ ਆ ਉਹ ਤੇ ਜਸਟ ਇੱਕ ਕਹਿ ਲਓ ਕਿ ਇੱਕ ਵਾਵਲ ਹੈ, ਐੜਾ ਸਾਊਂਡ ਜਿਹੜਾ ਪੈਂਦਾ। ਪਰ ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਰਿਪਰੈਜ਼ੈਂਟ ਕਰਦੇ ਨੇ 5 ਐਲੀਮੈਂਟਸ ਨੂੰ, ਜਿਨ੍ਹਾਂ ਦੇ ਵਿੱਚ ਸਭ ਕੁਝ ਹੋ ਰਿਹਾ ਹੈ। ਸੋ ਜਿਹਦੀ ਵਿਆਖਿਆ ਭਾਈ ਗੁਰਦਾਸ ਜੀ ਆਪਣੀ ਰਚਨਾ 'ਚ ਕਰਦੇ ਨੇ, ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ, ਪੰਚ ਤਤ ਪਰਵਾਨ ਕਰ ਕਟ ਕਟ ਅੰਤਰ ਤ੍ਰਿਭਵਨ ਸਾਰਾ। ਜੋ ਓੰਕਾਰ ਹੈ ਉਹ ਇੱਕ ਆਕਾਰ ਵਟਾ ਲੈਂਦਾ ਹੈ, ਰੂਪ ਵਟਾ ਲੈਂਦਾ ਹੈ। ਤੇ ਰੂਪ ਕਿਵੇਂ ਵਟਾਉਂਦਾ ਆ? ਪੰਚ ਤੱਤ ਪਰਵਾਨ ਕਰ, ਉਹ 5 ਐਲੀਮੈਂਟਸ ਬਣ ਜਾਂਦਾ ਹੈ, 5 ਤੱਤ ਬਣ ਜਾਂਦਾ ਹੈ। ਉਹ ਸ਼ਕਤੀ ਜਿਹੜੀ 5 ਤੱਤਾਂ ਵਿੱਚ ਮੌਜੂਦ ਹੈ ਉਹਦਾ ਭਜਨ ਕਰ, ਉਹਨੂੰ ਜਪ। ਮੀਨ ਕੱਲਾ ਇਹਦਾ ਬਾਹਰਲਾ ਰੂਪ ਨਾ ਦੇਖ, ਇਸ ਸਾਰੇ ਦੇ ਵਿੱਚ ਜਿਹੜੀ ਐਨਰਜੀ ਕੰਮ ਕਰ ਰਹੀ ਹੈ ਉਸ ਦਾ ਅਹਿਸਾਸ ਕਰ। ਇਹ ਸਭ ਤੋਂ ਮਿੱਟੀ ਕੱਲੀ ਦੀ ਦਿੱਖ ਤੋਂ ਕੁਝ ਤੋਂ ਬਿਯੋਂਡ ਵੀ ਹੈ। ਪਾਣੀ ਦੇ ਵਿੱਚ ਜੀਵਨ ਦਾ ਉਸ ਬਿਯੋਂਡ ਤੱਤ ਵੀ ਹੈ। ਇਸ ਤਰ੍ਹਾਂ ਕਹਿ ਲਈਏ ਕਿ ਇੱਕ ਡੀਪ ਅੰਡਰਸਟੈਂਡਿੰਗ ਹੈ ਆਪਣੇ ਆਪ ਦੀ, ਆਪਣੇ ਆਲੇ ਦੁਆਲੇ ਦੀ। ਜਿਤਨੀ ਗਹਿਰੀ ਉਤਰਦੀ ਜਾਏਗੀ ਸੁਰਤ, ਉਤਨਾ ਹੀ ਜ਼ਿਆਦਾ ਅਸੀਂ ਅੰਦਰੋਂ ਮੈਚਿਓਰ ਅਤੇ ਪਿਓਰ ਹੁੰਦੇ ਜਾਵਾਂਗੇ। ਸਾਡਾ ਜ਼ਿੰਦਗੀ ਦੇ ਪ੍ਰਤੀ ਜਿਹੜਾ ਨਜ਼ਰੀਆ ਹੈ ਉਹ ਭੋਗਣ ਵਾਲਾ ਨਹੀਂ ਰਹੇਗਾ। ਉਹ ਸੰਸਾਰ ਨੂੰ ਇੱਕ ਤਰ੍ਹਾਂ ਦੇ ਨਾਲ ਕਬਜ਼ਾਉਣ ਵਾਲਾ ਨਹੀਂ ਰਹੇਗਾ, ਬਲਕਿ ਇੱਕ ਸਹੀ ਤਰੀਕੇ ਦੇ ਨਾਲ ਆਪਣਾ ਕੰਟਰੀਬਿਊਟ ਪਾਉਣ ਵਾਲਾ ਹੋ ਜਾਏਗਾ। ਮੀਨ ਮੈਂ ਸਭ ਕਾਸੇ ਤੋਂ ਲੈਣ ਦੇ ਵਿੱਚ, ਸਭ ਕਾਸੇ ਨੂੰ ਖੋਣ ਵਿੱਚ, ਸਭ ਕਾਸੇ ਨੂੰ ਰੂੰਡ ਕਰਨ ਦੇ ਵਿੱਚ ਯਕੀਨ ਨਹੀਂ ਰੱਖਾਂਗਾ। ਮੈਂ ਸਭ ਕਾਸੇ 'ਚ ਸਹਿਯੋਗ ਕਰਨ ਨੂੰ, ਸਭ ਕਾਸੇ ਦੇ ਵਿੱਚ ਆਪਣੇ ਵੱਲੋਂ ਕੁਝ ਕੰਟਰੀਬਿਊਟ ਕਰਨ ਨੂੰ ਇਹਦੀ ਐਫਰਟ ਪਾਵਾਂਗਾ। ਇਹ ਸੇਵਾ ਹੋ ਜਾਏਗੀ। ਇਸ ਕਰਕੇ ਸਿੱਖੀ ਵਿੱਚ ਸਿਮਰਨ ਤੋਂ ਬਾਅਦ ਜਿਹੜੀ ਚੀਜ਼ ਆਉਂਦੀ ਹੈ ਉਹ ਸੇਵਾ ਹੈ, ਕਿਉਂਕਿ ਸਮ੍ਰਿਤੀ ਬੰਦੇ ਨੂੰ ਪਿਓਰ ਕਰਦੀ ਹੈ। ਅਤੇ ਉਸ ਜਿਹੜੀ ਪਿਓਰੀਫਿਕੇਸ਼ਨ ਐਕਟੀਵਿਟੀ ਹੈ, ਜਿਹੜੀ ਸੈਲਫ ਕਲੀਨਜਿੰਗ ਹੈ, ਉਹਦੀ ਡੈਮੋਸਟ੍ਰੇਸ਼ਨ ਸੈਲਫਲੈਸ ਸਰਵਿਸ ਵਿੱਚ ਆ ਜਾਂਦੀ ਹੈ। ਇਹ ਅਸਲ ਵਿੱਚ ਉਹਦਾ ਸਾਰਾ ਆਰਾਧਨ ਹੈ। ਗੁਰੂ ਬਾਬਾ ਜੀ ਬਿਆਨ ਕਰਦੇ ਇਸ ਭਗਵੰਤ ਤੱਤ ਨੂੰ, ਭਾਵ ਜੋ ਕੁਝ ਸਾਹਮਣੇ ਦਿਸਦਾ ਆ, ਇਹਦੇ ਪਿੱਛੇ ਜੋ ਨਿਜ਼ਾਮ ਕੰਮ ਕਰਦਾ ਹੈ, ਸ਼ਕਤੀ ਕੰਮ ਕਰਦੀ ਹੈ, ਉਹਦਾ ਜਪਨ ਕਰ, ਉਹਦਾ ਆਰਾਧਨ ਕਰ। ਆਪਣੀ ਸੋਚ ਨੂੰ ਉਸ ਲੈਵਲ 'ਤੇ ਲੈ। ਉਹ ਮਨੁਆ ਇਹ ਰਾਹ ਹੈ ਸਾਡਾ। ਅਸੀਂ ਸਿਰਫ ਬਾਹਰਲਾ ਰੂਪ ਨਹੀਂ ਦੇਖਣਾ, ਅਸੀਂ ਉਸ ਰੂਪ ਦੇ ਪਿੱਛੇ ਪਏ ਹੋਏ ਅਰੂਪ ਨੂੰ ਦੇਖਣਾ ਹੈ। ਅਸੀਂ ਸਿਰਫ ਬਾਹਰ ਦਾ ਰਸ, ਗੰਧ, ਸੁਗੰਧ ਇਸ ਨੂੰ ਨਹੀਂ ਦੇਖਣਾ, ਬਲਕਿ ਉਹਦੇ ਪਿੱਛੇ ਜੋ ਅਸਲ ਨਿਜ਼ਾਮ ਕੰਮ ਕਰ ਰਿਹਾ ਹੈ ਅਸੀਂ ਉਹਦੇ ਵਿੱਚ ਜਾਣਾ ਆ। ਐਕਚੁਅਲੀ ਇਹ ਸਮਾਧੀ ਹੈ ਸਾਰੇ ਦੀ ਸਾਰੀ। ਇਹ ਹੈ ਤੁਹਾਡੀ ਇੰਟਰਨਲ ਰਿਲੇਸ਼ਨਸ਼ਿਪ ਟੂਵਰਡ ਦਾ reality, ultimate reality. So this is kind of a spiritual journey which Baba Ji insisting us to start, to do, to go that side. So here Guru Arjan Sahib is saying, mere man japiye har ਭਗਵੰਤਾ। Suppose कोई मन ਤਿਆਰ ਹੋ ਗਿਆ, ਕੋਈ ਮਨ ਇਸ ਥਾਟ ਪ੍ਰੋਸੈਸ ਦੇ ਵਿੱਚ ਉਸ ਸਰਬ ਸ਼ਕਤੀਮਾਨ ਨੂੰ ਜਿਹੜਾ ਸਭ ਕਾਸੇ 'ਚ ਮੌਜੂਦ ਆ ਉਹਦੀ ਆਰਾਧਨ ਕਰਨ ਲੱਗ ਗਿਆ, ਉਸ ਕਿਸਮ ਦੇ ਪ੍ਰੋਸੈਸ ਉਹਦੇ ਅੰਦਰ ਚੱਲਣੇ ਸ਼ੁਰੂ ਹੋ ਗਏ। ਇਹਦਾ ਪਤਾ ਕਿਵੇਂ ਲੱਗੇਗਾ ਅਤੇ ਇਹਦਾ ਫਾਇਦਾ ਕੀ ਹੋਏਗਾ? ਕਿਉਂਕਿ ਬੰਦਾ ਇਹੀ ਸੋਚਦਾ ਹੈ ਨਾ। ਗੁਰੂ ਬਾਬਾ ਜੀ ਕਹਿੰਦੇ ਨਾਮ ਦਾਨ ਦੇ ਜਨੇ ਆਪਣੇ ਦੁੱਖ ਦਰਦ ਕਾ ਹੰਤਾ, ਕਿਉਂਕਿ ਉਹਦੇ ਸਦਕਾ ਨਾਮ ਦਾਨ ਦੇ ਜਨੇ ਆਪਣੇ, ਕਿਉਂਕਿ ਇੱਥੇ ਇੱਕ ਰੀਅਲ ਆਪਣਤ ਜਿਹਨੂੰ ਕਹਿ ਲਓ ਕਿ ਇੱਕ ਮੇਰ ਸੁਮੇਰ ਉੱਠਣੀ ਸ਼ੁਰੂ ਹੋਏਗੀ। ਬੰਦੇ ਨੂੰ ਸਮਝ ਆਏਗੀ ਕਿ ਮੇਰਾ ਅਸਲ ਜੀਵਨ ਦਾ ਮਕਸਦ ਕੀ ਹੈ, ਪਰਪਸ ਕੀ ਹੈ, ਮੇਰੀ ਲਾਈਫ ਨੂੰ ਮੀਨਿੰਗਫੁਲ ਕਿਵੇਂ ਬਣਾਇਆ ਜਾ ਸਕਦਾ ਹੈਗਾ।
ਸੋ ਉਹਦੇ ਵਿੱਚ ਉਹ ਨਾਮਦਾਨ ਉਹਦੇ ਨਾਲ ਲੱਗੇਗਾ। ਜਿਵੇਂ ਇਸ ਤਰ੍ਹਾਂ ਕਹਿ ਲਈਏ ਕਿ ਸਾਰੀ ਕਾਇਨਾਤ ਸਾਡੇ ਸਰੀਰ ਸਮੇਤ, ਇਹ ਵੀ ਕਿਉਂਕਿ ਉਹਦਾ ਹਿੱਸਾ ਹੈਗਾ, ਸਾਡੀ ਕੌਨਸ਼ੀਅਸ ਨੂੰ ਕੁਝ ਨਾ ਕੁਝ ਦੇ ਰਿਹਾ ਹੈ, ਕੁਝ ਨਾ ਕੁਝ ਸਿਖਾ ਰਿਹਾ ਹੈ। ਡਿਪੈਂਡ ਕਰਦਾ ਅਸੀਂ ਉਸ ਨੂੰ ਲੈ ਰਹੇ ਹਾਂ ਕਿ ਨਹੀਂ ਲੈ ਰਹੇ। ਕਿਉਂਕਿ ਜਿਹੜਾ ਦਾਨ ਹੁੰਦਾ ਆ, ਕੋਈ ਆਫਰ ਕਰਦਾ ਹੈ ਅਤੇ ਉਸ ਨੂੰ ਤੁਸੀਂ ਐਕਸੈਪਟ ਕਰਦੇ ਹੋ ਕਿ ਨਹੀਂ ਕਰਦੇ, ਇਹ ਤੁਹਾਡੇ 'ਤੇ ਹੈ। ਦਾਨ ਇੱਕ ਐਸੀ ਚੀਜ਼ ਹੁੰਦੀ ਹੈ ਨਾ, ਕੋਈ ਆਫਰ ਕਰਦਾ ਤੁਹਾਨੂੰ, ਤੁਸੀਂ ਉਹਨੂੰ ਐਕਸੈਪਟ ਕਰ ਰਹੇ ਹੋ ਕਿ ਨਹੀਂ ਕਰ ਰਹੇ। ਸਾਰੀ ਕਾਇਨਾਤ ਸਾਨੂੰ ਨਾਮ ਦਾ ਦਾਨ ਦੇ ਰਹੀ ਹੈ, ਅਸੀਂ ਲੈ ਰਹੇ ਹਾਂ, ਸਾਡੀ ਕੌਨਸ਼ੀਅਸ ਉਹਨੂੰ ਪਰਸੀਵ ਕਰ ਰਹੀ ਹੈ ਕਿ ਨਹੀਂ ਕਰ ਰਹੀ। ਦੈਟ ਇਜ਼ ਅ ਡਿਫਰੈਂਟ ਸਟੋਰੀ। ਮਹਾਰਾਜ ਇਜ਼ ਸੇਇੰਗ, ਜਦੋਂ ਸਿਮਰਨ ਇਹ ਚੱਲੇਗਾ, ਜਿਹੜਾ ਉਹ ਦਾਨ ਆ ਲਗਾਤਾਰ ਜਿਹੜਾ ਵਰਤ ਰਿਹਾ ਨਾਮ ਦਾ, ਉਹ ਸਾਡੀ ਕੌਨਸ਼ੀਅਸ ਪਕੜਨਾ ਸ਼ੁਰੂ ਕਰ ਦੇਗੀ। ਆਪਾਂ ਇਸ ਨੂੰ ਆਪਣੀ ਭਾਸ਼ਾ ਦੇ ਵਿੱਚ ਅਕਲ ਕਹਿੰਦੇ ਹਾਂ, ਸਮਝ ਕਹਿੰਦੇ ਹਾਂ, ਸੋਝੀ ਕਹਿੰਦੇ ਹਾਂ। ਜਿਵੇਂ ਜਿਵੇਂ ਇਹਦੇ 'ਚ ਇਜ਼ਾਫੇਦਾਰੀ ਹੁੰਦੀ ਹੈ, ਮਤ ਬੰਦੇ ਕੋਲ ਮਤ ਵੱਧਦੀ ਹੈ, ਬੰਦੇ ਦੇ ਕੋਲ ਸੋਝੀ ਵੱਧਦੀ ਹੈ, ਉਹਦੇ ਜੀਵਨ ਦੇ ਵਿੱਚ ਦੁੱਖ ਦਰਦ ਕਾ ਹੰਤਾ, ਹੰਤਾ ਕਹਿੰਦੇ ਨੇ ਕਿਸੇ ਚੀਜ਼ ਦੀ ਕਾਟ ਕਰ ਦੇਣੀ, ਕਿਸੇ ਚੀਜ਼ ਦੀ ਕਿਸੇ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਕੰਟਰੋਲ ਕਰ ਲੈਣਾ। ਸੋ ਉਸ ਜੀਵਨ ਦੇ ਵਿੱਚ ਫਿਰ ਦੁੱਖ ਦਰਦ ਕਾ ਹੰਤਾ, ਉਹ ਜਿਹੜਾ ਦੁੱਖ ਦਰਦ ਆ, ਜਿਹੜਾ ਮੋਸਟਲੀ ਸਾਨੂੰ ਬੜਾ ਬੌਦਰ ਕਰਦਾ ਆ। ਦੁੱਖ ਦੇ ਮਾਇਨੇ ਸਿੱਧੇ ਤੌਰ 'ਤੇ ਅਸੀਂ ਸਫਰਿੰਗ ਨਾਲ ਲੈ ਲੈਂਦੇ ਹਾਂ, ਦਰਦ ਦੇ ਮਾਇਨੇ ਸੋਰੋ ਐਂਡ ਪੇਨ ਨਾਲ ਲੈ ਲੈਂਦੇ ਹਾਂ। ਸੋ ਜਿਹੜੀ ਸਾਡੀ ਸਫਰਿੰਗ ਹੈ, ਸੋਰੋ ਹੈ, ਪੇਨ ਆ, ਇਹ ਸਾਰੇ ਦਾ ਸਾਰਾ ਗਰੀਫ ਜਿਹੜਾ ਆ, ਇਹ ਬੰਦੇ ਦੇ ਜੀਵਨ ਵਿੱਚ ਇਹਨੂੰ ਤੰਗ ਕਰਦਾ ਆ। ਅੱਜ ਦੀ ਦੁਨੀਆ 'ਚ ਲੈ ਆਈਏ, ਕਿਉਂਕਿ ਕਈ ਵਾਰੀ ਬੜੀ ਫਿਲੋਸਫੀਕਲ ਗੱਲ ਜਿਹੜੀ ਹੈ ਭਾਰੀ ਹੋ ਜਾਂਦੀ ਹੈ। ਅੱਜ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਅਤੇ ਮੈਂਟਲ ਹੈਲਥ 'ਚ ਗੱਲ ਮੰਨੀ ਜਾਂਦੀ ਹੈ ਕਿ ਮਾਨਸਿਕ ਤੌਰ 'ਤੇ ਬੰਦੇ ਬਿਮਾਰ ਹੋ ਰਹੇ ਨੇ। ਸਾਡੇ ਕੈਨੇਡਾ ਦਾ ਡਾਟਾ ਸਾਨੂੰ ਇਹ ਕਹਿੰਦਾ ਹੈ ਕਿ ਅਰਾਊਂਡ 20% ਪਾਪੂਲੇਸ਼ਨ ਜਿਹੜੀ ਹੈ, ਦੇ ਆਰ ਡੀਲਿੰਗ ਵਿਦ ਸਮ ਸੋਰਟ ਆਫ ਮੈਂਟਲ ਡਿਸਆਰਡਰਸ। ਮਤਲਬ ਹਰ ਇੱਕ 5ਵਾਂ ਕੈਨੇਡੀਅਨ ਮਾਨਸਿਕ ਰੂਪ ਦੇ ਵਿੱਚ ਤੰਦਰੁਸਤ ਨਹੀਂ ਗਾ, ਹੈਲਦੀ ਨਹੀਂ ਗਾ। ਸੋ ਇਹ ਜਿਹੜਾ ਮਾਇਨਾ ਆ ਕਿ ਹਰ ਇੱਕ 5ਵਾਂ ਕੈਨੇਡੀਅਨ ਮਾਨਸਿਕ ਰੂਪ ਦੇ ਵਿੱਚ ਅਨਹੈਲਦੀ ਹੈ, ਇਹ ਕੋਈ ਛੋਟੀ ਚੀਜ਼ ਨਹੀਂ ਹੈ। ਇਹ ਜਿਹੜੀ ਅਲਾਮਤ ਆ, ਹੁਣ ਉਹ ਮਾਨਸਿਕ ਰੂਪ ਵਿੱਚ ਠੀਕ ਨਾ ਹੋਣਾ ਅਲਟੀਮੇਟਲੀ ਕਾਹਦੇ 'ਚ ਕਨਵਰਟ ਹੋਏਗਾ। ਹੁਣ ਤਾਂ ਖੈਰ ਕੋਵਿਡ ਕਰਕੇ ਸਾਰਾ ਕੁਝ ਸਟਕ ਹੈ, ਅਦਰਵਾਈਜ਼ ਮੈਂ ਕੈਮਐਚ ਨਾਲ ਕਾਫੀ ਇਨਵੋਲਵ ਸੀਗਾ ਕਾਫੀ ਸਾਲਾਂ ਤੋਂ, ਅਤੇ ਉਹਦੇ 'ਚ ਐਜ਼ ਅ ਸਪਿਰਿਚੁਅਲ ਐਸੋਸੀਏਟ ਮੈਂ ਕੰਮ ਕਰਦਾ ਸੀ ਉਹਨਾਂ ਦੇ ਨਾਲ। ਅਤੇ ਮੈਂ ਦੇਖਦਾ ਸੀ ਉੱਥੇ ਜਾ ਕੇ ਕਿ ਲੋਕ ਸੀਗੇ ਮਨ ਮੰਡਲ ਦੀ ਉਸ ਪੀੜਾ, ਉਸ ਵੇਦਨ ਉਹਦੇ ਵਿੱਚੋਂ ਨਿਕਲਦੇ ਸੀ, ਅਤੇ ਉਹਦੇ ਨਾਲ ਇਕੱਲੀ ਮਾਨਸਿਕ ਤੌਰ 'ਤੇ ਅਨਹੈਲਦੀ ਨਹੀਂ ਸੀਗੇ, ਉਹ ਫਿਜ਼ੀਕਲੀ ਅਨਹੈਲਦੀ ਹੋ ਗਏ। ਖੁਰਾਕ, ਪੋਸ਼ਾਕ, ਉਹਨਾਂ ਦੀ ਸਾਫ ਸਫਾਈ, ਜਿਹਨੂੰ ਕਹਿ ਲਓ ਕਿ ਉਹਨਾਂ ਦੇ ਹਾਈਜੀਨ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਇਨਰ ਜਿਹੜੀ ਅਨਕਲਿੰਜਿੰਗ ਆ, ਜਿਹੜੀ ਮਤਲਬ ਅੰਦਰ ਦੀ ਜਿਹੜੀ ਉਹ ਮਿਜ਼ਰੀ ਹੈ, ਗੰਦਗੀ ਹੈ, ਉਹ ਫਿਰ ਹੌਲੀ ਹੌਲੀ ਬਾਹਰ ਦਿਸਣੀ ਸ਼ੁਰੂ ਹੋ ਜਾਂਦੀ ਹੈ। ਨਹਾਣ, ਖਾਣ, ਪਾਣ, ਰਹਿਣ ਸਹਿਣ, ਇਹਦੇ ਵਿੱਚ ਫਿਰ ਇਕੱਲਾ ਇਹ ਨਹੀਂ ਗਾ, ਫਿਜ਼ੀਕਲ ਵੂੰਡਸ ਲੱਗਣੇ ਸ਼ੁਰੂ ਹੋ ਜਾਂਦੇ, ਬੰਦਾ ਲੜਦਾ, ਝਗੜਦਾ, ਡਿੱਗਦਾ, ਇਹ ਸਭ ਚੀਜ਼ਾਂ ਮਤਲਬ ਅਗਲੀ ਸਫਰਿੰਗ ਸ਼ੁਰੂ ਹੋ ਗਈ। ਅਤੇ ਇਹ ਹੈ ਜਿੱਥੇ ਇੱਕ ਬੜੀ ਡਰਾਸਟਿਕ ਪਿਕਚਰ ਬਣ ਗਈ। ਅਤੇ ਸੁਸਾਇਟੀ ਨੇ, ਕਿਉਂਕਿ ਸੁਸਾਇਟੀ ਜਿਵੇਂ ਆਪ ਦੇਖੋਗੇ ਨਾ ਮੁਲਕਾਂ 'ਚ ਅਸੀਂ ਕਹਿੰਦੇ ਹਾਂ ਬੜਾ ਸਿਸਟਮ ਹੈ, ਬੜਾ ਇੰਤਜ਼ਾਮ ਹੈ, ਪਰ ਵੈਨ ਐਵਰ ਸਮਥਿੰਗ ਇਜ਼ ਔਨ ਫਾਇਰ, ਮੀਨ ਕੋਈ ਜਿਹੜੀ ਬਰਨਿੰਗ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਹੈ। ਜਿੱਥੇ ਅਜੇ ਇਸ਼ੂਜ਼ ਅੰਡਰਲਾਈਨ ਚੱਲ ਰਹੇ ਨੇ, ਜਿਨ੍ਹਾਂ ਨੂੰ ਅਜੇ ਬਾਹਰ ਓਪਨ ਵਿੱਚ ਨਹੀਂ ਲਿਆਂਦਾ ਗਿਆ, ਉਹਨਾਂ ਨੂੰ ਕੋਈ ਐਡਰੈਸ ਨਹੀਂ ਕਰਦਾ, ਪਰ ਸਫਰਿੰਗ ਤਾਂ ਉੱਥੇ ਵੀ ਹੋ ਰਹੀ ਹੈ। ਆਪ ਅਹਿਸਾਸ ਕਰੋ ਕਿ ਜਿਹੜੀ ਘਰਾਂ ਦੇ ਵਿੱਚ ਭਾਵੇਂ ਡੋਮੈਸਟਿਕ ਵਾਇਲੈਂਸ ਹੈ, ਡੋਮੈਸਟਿਕ ਕੁਆਰਲਿੰਗ ਹੈ, ਡੋਮੈਸਟਿਕ ਜਿਹੜੀ ਖਾਸ ਕਰਕੇ
ਲੜਾਈ ਝਗੜਾ ਆ ਛੋਟੇ ਲੈਵਲ ਤੇ, ਆਰਗੂਮੈਂਟ ਸਭ ਕਿਤੇ ਨਾ ਕਿਤੇ ਮਨ ਮੰਡਲ ਦੇ ਇਸ਼ੂਜ਼ ਹੀ ਸਾਰੇ ਦੇ ਸਾਰੇ ਉਹ ਅੱਗੇ ਅੱਗੇ ਵੱਧ ਰਹੇ ਨੇ, ਇਜ਼ਾਫੇਦਾਰੀ ਹੋ ਰਹੀ ਹੈ। ਸੋ ਉਹਨਾਂ ਨੂੰ ਤੇ ਕੋਈ ਐਡਰੈਸ ਵੀ ਨਹੀਂ ਕਰਦਾ, ਕੋਈ ਦੇਖਦਾ ਵੀ ਨਹੀਂ ਗਾ। ਉਹਨਾਂ ਦੇ ਵਿੱਚੋਂ ਹੀ ਫਿਰ ਅੱਗੇ ਫਿਜ਼ੀਕਲ ਇਸ਼ੂਜ਼ ਜਨਰੇਟ ਹੋ ਰਹੇ ਨੇ, ਭਾਵੇਂ ਫਿਜ਼ੀਕਲ ਹੈਲਥ ਦੇ ਨੇ, ਭਾਵੇਂ ਉਹ ਕਿਸੇ ਲੈਵਲ ਦੇ ਵਾਇਲੈਂਟ ਬਿਹੇਵੀਅਰ ਦੇ ਨੇ, ਕਿਸੇ ਫਿਜ਼ੀਕਲ ਵੂੰਡ ਦੇ ਨੇ, ਐਨੀ ਕਾਈਂਡ ਆਫ। ਸੋ ਸਭ ਚੀਜ਼ਾਂ ਜਿਹੜੀਆਂ ਇਸ ਰੂਪ ਦੇ ਵਿੱਚ ਅੱਗੇ ਪਸਰ ਰਹੀਆਂ, ਇਸ ਰੂਪ ਵਿੱਚ ਹੋ ਰਹੀਆਂ। ਗੁਰੂ ਮਹਾਰਾਜ ਬਿਆਨ ਕਰਦੇ ਕਿ ਜੇ ਮਨ ਮੰਡਲ ਦੇ ਉਸ ਦੁੱਖ ਦਰਦ ਕਾ ਹੰਤਾ ਉੱਥੇ ਕੀਤਾ ਜਾਏ, ਕਾਟ ਉੱਥੇ ਕੀਤੀ ਜਾਏ ਉਹਦੀ, ਇਸ ਤਰ੍ਹਾਂ ਕਹਿ ਲਓ ਕਿ ਜਿਹੜਾ ਥਾਟ ਪ੍ਰੋਸੈਸ ਆ ਉਹਦੇ ਵਿੱਚੋਂ ਹੀ ਉਹ ਬੀਜ ਡਿਟੈਕਟ ਕੀਤੇ ਜਾਣ, ਉਹ ਸੀਡਸ ਡਿਟੈਕਟ ਕੀਤੇ ਜਾਣ, ਜਿਨ੍ਹਾਂ ਨੇ ਅੱਗੇ ਜਾ ਕੇ ਬੂਟੇ ਬਣਨਾ ਹੈ, ਫਲ ਦੇਣਾ ਹੈ, ਅੱਗੇ ਫਲੀਭੂਤ ਹੋਣਾ ਹੈ, ਉਹਨਾਂ ਨੂੰ ਉੱਥੇ ਹੀ ਐਲੀਮੀਨੇਟ ਕਰ ਲਿਆ ਜਾਏ। ਇਹ ਅਹਿਸਾਸ ਜਿਹੜਾ ਆ ਇਹ ਭਜਨ ਬੰਦਗੀ ਹੈ, ਇਹ ਭਗਤੀ ਹੈ। ਗੁਰੂ ਅਰਜਨ ਸਾਹਿਬ ਬਿਆਨ ਕਰਦੇ ਇਹਦੇ 'ਤੇ ਕੰਮ ਕੀਤਾ ਜਾਏ। ਦੁੱਖ ਦਰਦ ਕਾ ਹੰਤਾ, ਸਾਇੰਟੀਫਿਕਲੀ ਅੱਜ ਕੱਲ੍ਹ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਡਾਟੇ ਦੇ ਰੂਪ ਵਿੱਚ, ਇੱਕ ਐਵੀਡੈਂਸ ਦੇ ਰੂਪ ਵਿੱਚ ਮਿਲ ਜਾਂਦੀਆਂ ਨੇ, ਪਰ ਜੇ ਗੁਰੂ ਅਰਜਨ ਸਾਹਿਬ ਦਾ ਜੀਵਨ ਹੀ ਦੇਖਦੇ ਹਾਂ, ਦੁੱਖ ਦਰਦ ਕਾ ਹੰਤਾ, ਕਾਟ ਲੱਭ ਲਈ ਉਹਨਾਂ ਨੇ। ਉਹ ਭਾਵੇਂ ਪਰਿਵਾਰ ਦੀ ਈਰਖਾ ਹੈ ਉਹਨਾਂ ਦੇ ਨਾਲ, ਤੇ ਉਸ ਈਰਖਾ ਦੇ ਨਾਲ ਉਹ ਸਾਰੀ ਮੈਸ ਬਣਾਉਣਾ ਚਾਹੁੰਦੇ ਨੇ, ਗੁਰੂ ਅਰਜਨ ਸਾਹਿਬ ਨਹੀਂ ਬਣਨ ਦਿੰਦੇ, ਕਿਉਂਕਿ ਇਸ ਕਰਕੇ ਅੰਦਰ ਦੀ ਦੁਨੀਆ ਬੜੀ ਸਾਫ਼ ਗੋ ਆ, ਵਿਜ਼ਨਰੀ ਹੈ, ਬਿਲਕੁਲ ਉਸ ਥਾਟ ਨਾਲ ਅਲਾਈਨ ਨੇ ਕਿ ਮਕਸਦ ਕੀ ਹੈ ਜੀਵਨ ਦਾ। ਮਾਨਵ ਕਲਿਆਣ ਹੈ, ਆਪਣਾ ਵੀ ਦੂਜਿਆਂ ਦਾ ਵੀ ਕਲਿਆਣ ਹੈ, ਵੈਲ ਬੀਇੰਗ ਹੈ, ਆਪਣੀ ਵੀ ਦੂਜਿਆਂ ਦੀ ਵੀ। ਇਹਦੇ ਲਈ ਕੰਟਰੀਬਿਊਟਰ ਬਣਦੇ ਨੇ। ਕੰਟਰੀਬਿਊਟਰ ਕਿਸ ਤਰੀਕੇ ਨਾਲ ਬਣਦੇ ਨੇ? ਕਿਹਾ ਤੇ ਜਾਂਦਾ ਹੈ ਕਿ ਬਾਬਾ ਪ੍ਰਿਥੀ ਚੰਦ ਜੀ ਉਹ ਕਹਿ ਰਹੇ ਸੀਗੇ ਕਿ ਮੈਨੂੰ ਗੁਰਤਾ ਗੱਦੀ ਚਾਹੀਦੀ ਹੈ, ਮੈਂ ਇਹਦਾ ਮਾਲਕ ਬਣਨਾ ਚਾਹੁੰਦਾ। ਗੁਰੂ ਅਰਜਨ ਸਾਹਿਬ ਗੱਦੀ ਆਸੀਨ ਹੁੰਦੇ ਨੇ, ਪਰ ਬਾਬਾ ਪ੍ਰਿਥੀ ਚੰਦ ਦੀ ਖਾਹਿਸ਼ ਕੀ ਹੈ ਕਿ ਮੈਂ ਭੋਗਾਂਗਾ ਗੱਦੀ ਨੂੰ, ਮੈਂ ਇਸ ਮਾਲਕ ਬਣਾਂਗਾ, ਇਹ ਮੇਰੀ ਪ੍ਰਾਪਤੀ ਹੋਏਗੀ। ਗੁਰੂ ਅਰਜਨ ਸਾਹਿਬ ਮੈਂ ਕੰਟਰੀਬਿਊਟ ਕਰਾਂਗਾ, ਤੇ ਉਹਨਾਂ ਦਾ ਕੰਟਰੀਬਿਊਸ਼ਨ ਕਮਾਲ ਹੈ ਨਾ। ਤੁਸੀਂ ਦੇਖੋ ਅੱਜ ਗੁਰੂ ਗ੍ਰੰਥ ਸਾਹਿਬ ਦੀ ਆਗੋਸ਼ ਬੈਠੇ ਹਾਂ ਅਸੀਂ, ਗੁਰੂ ਅਰਜਨ ਸਾਹਿਬ ਦੀ ਤੇ ਨਵਾਜ਼ਿਸ਼ ਹੈ ਸਾਰੀ। ਇਹ ਦਰਬਾਰ ਸਾਹਿਬ ਦੀ ਇਮਾਰਤ ਅਸੀਂ ਮਾਣਦੇ ਹਾਂ ਜਾ ਕੇ, ਗੁਰੂ ਅਰਜਨ ਸਾਹਿਬ ਦੀ ਤੇ ਨਵਾਜ਼ਿਸ਼ ਹੈ ਸਾਰੀ। ਜੋ ਸਿੱਖੀ ਦਾ ਅੱਜ ਅਸੀਂ ਸਾਰੇ ਦਾ ਸਾਰਾ ਰੰਗ ਦੇਖਦੇ ਹੈਗੇ ਆ, ਬੀਇੰਗ ਏ ਸਿੱਖ, ਦਿਸ ਇਜ਼ ਏ ਮਾਰਸ਼ਲ ਕੌਮ। ਬੀਇੰਗ ਏ ਸਿੱਖ, ਦੇ ਆਰ ਐਕਚੁਅਲੀ they are givers, they are good kind of contributors in this world। ਉਹ ਸੈਕਰੀਫਾਈਸਿਸ ਲਈ ਤਿਆਰ ਰਹਿੰਦੇ ਨੇ। ਗੁਰੂ ਅਰਜਨ ਸਾਹਿਬ ਦੀ ਤੇ ਨਵਾਜ਼ਿਸ਼ ਹੈ ਸਾਰੀ, ਸ਼ਹੀਦਾਂ ਦੇ ਸਰਤਾਜ। ਸੋ ਇਹ ਸਾਰੀ ਚੀਜ਼ ਕਰ ਲਈ ਉਹਨਾਂ ਨੇ, ਤੇ ਇਹ ਨਹੀਂ ਵੀ ਤਕਲੀਫਾਂ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ। ਆਲੇ ਦੁਆਲੇ ਮਾਹੌਲ ਤੇ ਨਾ ਬਿਲਕੁਲ ਨਾਸਾਜ਼ਗਾਰ ਰਿਹਾ ਆ, ਬੜਾ ਨਾਸਾਜ਼ਗਾਰ ਰਿਹਾ ਆ। ਕਿਤੇ ਸੁਲਹੀ ਖਾਨ ਚੜ੍ਹ ਕੇ ਆ ਰਿਹਾ ਹੈ, ਕਿਤੇ ਬਾਬਾ ਪ੍ਰਿਥੀ ਚੰਦ ਲਗਾਤਾਰ ਉਹਨਾਂ ਨੂੰ ਟੈਸਟ ਕਰ ਰਹੇ ਨੇ, ਚੈਲੰਜ ਕਰ ਰਹੇ ਨੇ। ਈਵਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵੀ ਉਹਨਾਂ ਦੇ ਜਿਹੜਾ ਜੱਦੀ ਉੱਥੇ ਮਕਾਨ ਹੈ ਘਰ ਦੇ ਵਿੱਚ, ਉੱਥੇ ਨਹੀਂ ਹੋ ਸਕਿਆ, ਬਲਕਿ ਉਹ ਵੀ ਗੁਰੂ ਕੀ ਵਡਾਲੀ ਹੁੰਦਾ ਆ ਜਾ ਕੇ। ਮਤਲਬ ਘਰ ਦਾ ਮਾਹੌਲ ਨਹੀਂ ਗਾ, ਆਪਣੇ ਹੀ ਜੱਚੇ ਬੱਚੇ ਦੀ ਉਹਨਾਂ ਦੀ ਸਿਹਤਯਾਬੀ ਉਹਨੂੰ ਬਚਾਉਣ ਵਾਸਤੇ। ਪਰ ਜਿਨ੍ਹਾਂ ਨੇ ਲੌਂਗ ਰਨ ਦੇ ਵਿੱਚ ਸੋਚਿਆ ਹੋਏ, ਜਿਹਨੂੰ ਅਸੀਂ ਕਈ ਵਾਰੀ ਭਾਈ ਵੀਰ ਸਿੰਘ ਦੀਆਂ ਨਜ਼ਮਾਂ 'ਚ ਪੜ੍ਹਦੇ ਹਾਂ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਜਿਨ੍ਹਾਂ ਨੇ ਸੀਨੇ 'ਚ ਕੁਝ ਕਸ਼ਿਸ਼ ਖਾਧੀ ਹੋਏ, ਲਮੇਰੀ ਸੋਚੀ ਹੋਏ, ਉਹ ਫਿਰ ਇਹਨਾਂ ਚੀਜ਼ਾਂ ਦੀ ਇਸ ਵਕਤੀ ਤੌਰ 'ਤੇ ਮੁਸ਼ਕਿਲਾਂ ਦੇ ਅੱਗੇ ਠਹਿਰਾ ਨਹੀਂ ਪਾਉਂਦੇ, ਬਲਕਿ ਉਹ ਆਪਣੀ ਪ੍ਰਵਾਜ਼ ਲਗਾਤਾਰ ਭਰਦੇ ਲੁਕੇ ਜਾਂਦੇ ਨੇ। ਅਤੇ ਇਹ ਸਭ ਤਾਂ ਹੋ ਸਕਦਾ ਆ ਜਿਹੜੀ ਛੋਟੇ ਲੈਵਲ ਦੀ, ਇਹ ਜਿਹਨੂੰ ਅਸੀਂ ਵਕਤੀ ਤੌਰ 'ਤੇ ਕਹਿੰਦੇ ਹਾਂ ਕਿ ਚੈਲੰਜਸ ਆਉਣੇ, ਇਹ ਉਹਨਾਂ ਨੂੰ ਸਫਰ ਨਹੀਂ ਕਰਵਾਉਂਦੇ, ਇਹ ਉਹਨਾਂ ਨੂੰ ਡਿਸਟਰੈਕਟ ਨਹੀਂ ਕਰਦੇ, ਇਹ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੇ ਰਾਹ ਤੋਂ ਭਟਕਾਉਂਦੇ ਨਹੀਂ ਗੇ। ਜਿਵੇਂ ਸਪੋਜ਼ ਕਰੋ ਕੋਈ ਐਥਲੀਟ ਹੈ ਜੋ ਐਕਸਰਸਾਈਜ਼ ਕਰਦਾ ਹੈ, ਮਸਲ ਇੱਕ ਹੁੰਦੀ ਹੈ ਉਸ ਨੂੰ ਸਾਹ ਚੜ੍ਹਦਾ ਆ, ਉਸ ਨੂੰ ਡਿਫਰੈਂਟ ਲੈਵਲ 'ਤੇ ਆਪਣਾ ਬਹੁਤ ਸਾਰੀਆਂ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਂਦੀਆਂ ਨੇ। ਫਰੈਂਡਸ ਦੇ ਨਾਲ ਟਾਈਮ ਨਹੀਂ ਸਪੈਂਡ ਕਰ ਸਕਦਾ, ਉਸ ਤਰੀਕੇ ਨਾਲ ਐਂਟਰਟੇਨ ਨਹੀਂ ਕਰ ਸਕਦਾ, ਉਸ ਤਰੀਕੇ ਨਾਲ ਆਰਾਮ ਨਹੀਂ ਕਰ ਸਕਦਾ। ਪਰ ਇਹ ਵਕਤੀ ਤੌਰ 'ਤੇ ਚੀਜ਼ਾਂ ਜੇ ਉਹਨੂੰ ਬੌਦਰ ਕਰਨਗੀਆਂ, ਉਹ ਜਿਹੜਾ ਲੌਂਗ ਟਰਮ ਦਾ ਉਹਦਾ ਗੋਲ ਆ ਉਹਨੂੰ ਅਚੀਵ ਨਹੀਂ ਕਰ ਪਾਏਗਾ।
ਸੋ ਇਹ ਰੂਪ ਆ। ਉਹ ਸਭ ਚੀਜ਼ਾਂ ਉਸਦਾ ਉਹਨੇ ਕਾਟ ਲੱਭ ਲਈ। ਤੇ ਕਾਟ ਕਿੱਥੋਂ ਲੱਭੀ? ਅੰਦਰ ਇੱਕ ਇਹੋ ਜਿਹਾ এনवायरमेंट ਬਿਲਟ ਹੋ ਗਿਆ, ਸੋਚ ਬਿਲਟ ਹੋ ਗਈ, ਜਿਸ ਨੇ ਦੁੱਖ ਦਰਦ ਕਾ ਹੰਤਾ ਕਾਟ ਕਰ ਦਿੱਤੀ। ਵੱਡਾ ਮਿਸ਼ਨ ਦਿਸਦਾ ਆ, ਉਸ ਨੂੰ ਵੇਖਦਿਆਂ ਹੋਇਆਂ ਪਿਛਲੀ ਸਾਰੀ ਪੇਨ, ਹਰ ਚੀਜ਼ ਨੂੰ ਜਿਹੜਾ ਹੈਗਾ ਉਹਨੇ ਇੱਕ ਪਾਸੇ ਰੱਖ ਦਿੱਤਾ। ਇਹ ਹੈ ਜਪਣਾ। ਭਗਵੰਤ ਦਾ ਜਪਣਾ ਇਹ ਹੈ ਕਿ ਤੂੰ ਜੀਵਨ ਦੇ ਸਾਰ ਤੱਤ ਨੂੰ ਵੇਖ, ਨਜ਼ਰ ਲੰਮੀ ਕਰ, ਦੂਰਦ੍ਰਿਸ਼ਟਾ ਹੋ ਜਾ। ਜੀਵਨ ਦੇ ਛੋਟੇ ਛੋਟੇ ਜਿਹੜੇ ਪੜਾਅ ਨੇ, ਛੋਟੀਆਂ ਛੋਟੀਆਂ ਚੀਜ਼ਾਂ, ਮਤਲਬ ਹਾਲਤ ਸਾਡੀ ਤੇ ਇਤਨੀ ਪੇਤਲੀ ਹੈ। ਜੇ ਆਪਾਂ ਜਪੀਏ ਹਰ ਭਗਵੰਤਾ ਦੀ ਗੱਲ ਕਰ ਰਹੇ ਹਾਂ, ਭਗਵੰਤ ਤੇ ਛੱਡ ਦੇਣਾ ਸਾਰਾ ਕੁਛ, ਮਤਲਬ ਲੈਟ ਇਟ ਗੋ ਵਾਲਾ ਕਨਸੈਪਟ ਹੈ। ਸਿਮਰਨ ਇਹ ਹੁੰਦਾ ਅਸਲ ਦੇ ਵਿੱਚ। ਸਵੇਰੇ ਕਿਸੇ ਨੇ ਗੱਲ ਕਹੀ, ਬੰਦੇ ਨੂੰ ਲੱਗਾ ਉਹ ਮੈਨੂੰ ਗੱਲ ਕਹਿਤੀ, ਬਸ ਮੈਨੂੰ ਲਾ ਕੇ ਕੀਤੀ ਹੈ, ਮੈਨੂੰ ਫਲਾਂ ਗੱਲ ਕਹਿ ਦਿੱਤੀ ਹੈ। ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹ ਬੰਦੇ ਨੂੰ ਸੁਰਤ 'ਚ ਪਕੜ ਜਾਂਦੀਆਂ। ਇੱਥੋਂ ਹੀ ਮੈਂਟਲ ਹੈਲਥ ਖਰਾਬ ਹੁੰਦੀ ਹੈ ਸਾਰੇ। ਜਦੋਂ ਬੰਦਾ ਇਸ ਸਭ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਹੀ ਨਹੀਂ ਕਰਦਾ। ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ, ਕਬੀਰ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ ਰੇ, ਨੱਕ ਕੰਨ ਸਭ ਵੱਢ ਦਿੱਤੇ। ਮਤਲਬ ਇਹ ਨਹੀਂ ਕਿ ਬੰਦਾ ਅਨਐਥੀਕਲ ਹੋ ਗਿਆ ਆ, ਇਹ ਨਹੀਂ ਕਿ ਬੰਦਾ ਆਲੇ ਦੁਆਲੇ ਦੇ ਬਾਬਤ ਉਹਨੇ ਕੇਅਰ ਕਰਨੀ ਛੱਡ ਦਿੱਤੀ ਹੈ। ਹਾਂ, ਜਿਹੜੀਆਂ ਚੀਜ਼ਾਂ ਵਿਦਾਊਟ ਐਨੀ ਰੀਜ਼ਨ ਲੋਕੀ ਮੋਢਿਆਂ ਤੇ ਚੱਕੀ ਫਿਰਦੇ ਨੇ, ਅੰਦਰੋਂ ਪ੍ਰੋਸੈਸ ਨਹੀਂ ਹੁੰਦੀਆਂ, ਹੁਣ ਉਹ ਛੱਡ ਦਿੱਤੀਆਂ ਨੇ। ਜੀਵਨ ਦਾ ਮਕਸਦ ਕਲੀਅਰ ਹੋ ਗਿਆ ਆ। ਬੀ ਓਨੈਸਟ, ਬੀ ਰੀਅਲਿਸਟਿਕ, ਬੀ ਔਨ ਯੋਰ ਟਰੈਕ, ਐਥੀਕਲੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਆ। ਇਹ ਸਾਰੇ ਕਾਸੇ ਵਿੱਚ ਸਾਨੂੰ ਭਜਨ ਬੰਦਗੀ ਦਾ ਰਾਹ ਦਿੱਤਾ। ਨਾਮ ਜਪਣਾ, ਬਾਣੀ ਪੜ੍ਹਨੀ, ਇਹ ਜਪੀਏ, ਇਹ ਹੈ ਭਗਵੰਤਾ। ਇਹਦੇ ਵਿੱਚੋਂ ਦੁੱਖ ਦਰਦ ਕਾ ਹੰਤਾ ਆ। ਉਹ ਸਾਰੇ ਬੀਜ ਡਿਟੈਕਟ ਹੋ ਕੇ ਵਿੱਚੋਂ ਡਿਲੀਟ ਕਰੀ ਜਾਂਦਾ ਬੰਦਾ ਆਪਣੀ ਸੁਰਤ ਵਿੱਚੋਂ, ਜਿਨ੍ਹਾਂ ਦੇ ਨਾਲ ਉਹਨੂੰ ਦੁੱਖ ਦਰਦ ਉਹ ਸਭ ਆਉਂਦੇ, ਉਹਨੂੰ ਕਾਟ ਕਰ ਲਈ ਉਸਨੇ। ਇਹ ਰਹਾ ਉਹਦਾ ਪਤਾ ਆ। ਸ਼ੁਰੂਆਤੀ ਬੰਦ ਹੈ ਦਾ ਸਭ ਜਗ ਜਿਨ੍ਹਾਂ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਵਿਸ਼ਵਾਸ ਉਹਦੇ ਤੇ ਹੈ ਜਿਹਨੇ ਸਭ ਕਾਸੇ ਨੂੰ ਪੈਦਾ ਕੀਤਾ ਤੇ ਸਭ ਕਾਸੇ ਦੇ ਕਰਨ ਕਾਰਨ ਦੇ ਸਮਰੱਥ ਹੈ। ਹੋਪ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ, ਉਮੀਦ, ਆਪਟੀਮਿਜ਼ਮ ਦੀ ਗੱਲ ਹੋ ਰਹੀ ਹੈ। ਤੁਸੀਂ ਦੇਖ ਰਹੇ ਹੋ ਕੋਵਿਡ-19 ਹੈ ਹੁਣ, ਤੇ ਜਿਹੜਾ ਵੇਰੀਐਂਟ ਹੈਗਾ ਉਹ ਬੜਾ ਜ਼ਿਆਦਾ, ਮੇਰੇ ਖਿਆਲ 4 ਟਾਈਮਸ ਸਟਰੋਂਗ ਤੇ ਹੋ ਹੀ ਚੁੱਕਾ ਆ। ਜਿੱਥੇ ਕਿਤੇ ਵੀ ਤੁਸੀਂ ਦੇਖਦੇ ਹੋ ਡਿਫਰੈਂਟ ਉਹਦੇ ਵੇਰੀਐਂਟਸ ਆ ਰਹੇ ਨੇ। ਪਰ ਜਦੋਂ ਸ਼ੁਰੂ 'ਚ ਆਇਆ ਸੀਗਾ ਇੰਨਾ ਸਟਰੋਂਗ ਨਹੀਂ ਸੀਗਾ ਇਹ। ਪਰ ਜਦੋਂ ਜਿੰਨੀ ਡੈਥ ਰੇਟ ਉਦੋਂ ਸੀਗੀ ਉਹਦੇ ਮੁਕਾਬਲੇ ਹੁਣ ਬਹੁਤ ਥੋੜ੍ਹੀ ਹੈ। ਕਾਰਨ ਕੀ ਹੋਇਆ? ਵੱਡਾ ਕਾਰਨ ਇਹ ਸੀਗਾ ਕਿ ਉਦੋਂ ਇੱਕਦਮ ਲੱਗਾ ਵੀ ਇਹਦੇ 'ਚ ਤੇ ਬਚਿਆ ਹੀ ਨਹੀਂ ਜਾ ਸਕਦਾ। ਹੋਪਲੈਸ। ਜਿਵੇਂ ਇਹ ਚੀਜ਼ ਆਈ ਬੰਦਾ ਢੇਰੀ ਢਾਹ ਗਿਆ। ਹੌਲੀ ਹੌਲੀ ਥੋੜ੍ਹਾ ਡਾਟਾ ਬਿਲਡ ਹੋਇਆ, ਸਟੱਡੀਜ਼ ਆਈਆਂ, ਕੇਸ ਸਟੱਡੀਜ਼ ਆਈਆਂ, ਲੋਕ ਕੁਝ ਬਚ ਕੇ ਬਾਹਰ ਆਏ, ਐਕਸਪੀਰੀਐਂਸਿਸ ਸ਼ੇਅਰ ਕੀਤੇ, ਮੈਡੀਕਲ ਇੰਟਰਵੈਂਸ਼ਨ ਵਾਲਿਆਂ ਨੇ ਦੱਸਿਆ ਕੁਛ ਚੀਜ਼ਾਂ। ਹਾਲਾਂਕਿ ਇਸ਼ੂ ਤੇ ਉਹੀ ਸੀਗਾ, ਡੈਥ ਲੈਵਲ ਘਟਣਾ ਸ਼ੁਰੂ ਹੋ ਗਿਆ। ਇਹ ਜਿਹੜਾ ਰੂਪ ਆ, ਹੋਪ ਆ ਜਾਣੀ, ਉਮੀਦ ਆ ਜਾਣੀ। ਜਦੋਂ ਬੰਦਾ ਮੁਸ਼ਕਿਲਾਂ ਤਕਲੀਫਾਂ ਵਿੱਚੋਂ ਲੰਘਦਾ ਥੋੜ੍ਹਾ ਬਹੁਤਾ ਵੀ, ਤੇ ਉਹ ਕੀ ਹੈ ਐਕਚੁਅਲੀ ਦੁੱਖ ਦਰਦ ਤੇ ਕੁਛ ਵੀ ਨਹੀਂ। ਬਾਣੀ ਕਹਿੰਦੀ ਹੈ ਤੇ ਦਾਤ ਹੈ ਦਾਤੇ ਦੀ। ਚੈਲੰਜਸ ਆਉਣੇ ਤੇ ਜੀਵਨ ਦਾ ਮੌਲਿਕ ਪੜਾਅ ਆ। ਈਵਨ ਮੈਂ ਤੇ ਅੱਜ ਦੇ ਮੈਡੀਕਲ ਵਰਲਡ ਵਿੱਚੋਂ ਗੱਲ ਕਰਾਂ, ਕਿਉਂਕਿ ਹਰ ਚੀਜ਼ ਜੁੜੀ ਹੈ। ਤੁਸੀਂ ਕਹਿੰਦੇ ਨਾ ਸ਼ਿਵ, ਖਾਸ ਕਰਕੇ ਸ਼ਿਵ ਸ਼ਕਤੀ ਦਾ ਸੁਮੇਲ ਹੈ ਸਾਰਾ ਇਹ ਸਪਿਰਿਟ ਤੇ ਮੈਟਲ ਜਿਹੜਾ ਆ, ਇਹ ਦੋਨੋਂ ਰਲ ਕੇ ਕੰਮ ਕਰਦੇ ਨੇ। ਇਹ ਧਾਤ ਤੇ ਲਿਵ ਜਿਹੜੀ ਹੈ ਇਹ ਰਲ ਕੇ ਚੀਜ਼ ਚੱਲਦੀ ਹੈ। ਕਈ ਵਾਰੀ ਬੰਦਾ ਧਾਤ ਦੀ ਗੱਲ ਕਰਦਾ, ਬਹਿਰੂਨੀ ਮਟੀਰੀਅਲਿਸਟਿਕ ਵਰਲਡ 'ਚ ਰਹਿੰਦਾ ਆ, ਉਹਦੀ ਸਟੱਡੀ ਕਰਦਾ, ਉਹਦੇ ਵਿੱਚ ਆ, ਪਰ ਉਹਨੂੰ ਹੌਲੀ ਹੌਲੀ ਕਰਦਿਆਂ ਪਤਾ ਲੱਗਦਾ ਓ ਹੋ ਇਹਦੇ ਪਿੱਛੇ ਤੇ ਸਪਿਰਿਟ ਕੰਮ ਕਰ ਰਹੀ, ਕੁਝ ਹਾਇਰ ਲੈਵਲ ਦਾ ਪਿੱਛੇ ਨਿਜ਼ਾਮ ਚੱਲ ਰਿਹਾ ਸਾਰੇ ਦਾ ਸਾਰਾ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ ਕਿ ਉਹਦੇ 'ਚ ਹੁਣ ਸਾਡੇ ਕੋਲੇ ਐਵੀਡੈਂਸ ਬੇਸਡ ਅਪਰੋਚ ਆ ਰਹੀ ਹੈ ਕਿ ਸਭ ਚੀਜ਼ਾਂ ਦੇ ਉੱਤੇ ਸੰਸਾਰ ਦੇ ਅੰਦਰ, ਕਿ ਜਿਵੇਂ ਮੈਡੀਕਲ ਵਰਲਡ ਦੇ 'ਚ ਅਸੀਂ ਦੇਖਦੇ ਹੈਗੇ ਆ ਕਿ ਚੀਜ਼ਾਂ ਨੂੰ ਉਹ ਜਿਵੇਂ ਅੱਜ ਕੱਲ੍ਹ ਸਮਝ ਰਹੇ ਨੇ ਸਾਰੇ ਕਾਸੇ ਦੇ ਵਿੱਚ, ਤੇ ਉਹ ਅਹਿਸਾਸ ਕਰ ਰਹੇ ਨੇ ਕਿ ਜਿੱਥੇ ਬੰਦੇ ਕੋਲ ਉਮੀਦ ਹੁੰਦੀ ਹੈ, ਹੋਪ ਹੁੰਦੀ ਹੈ, ਉਮੀਦ ਜਾਂ ਹੋਪ ਉਹਦਾ ਜਿਹੜਾ ਬੀਜ ਆ, ਜੇ ਉਹ ਲਗਾਤਾਰ ਜ਼ਿਹਨ ਵਿੱਚ ਰਹੇ
ਸੁਰਤ ਵਿੱਚ ਰਹੇ ਤੇ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਬੰਦਾ ਪਾਰ ਪਾ ਜਾਂਦਾ ਆ, ਉਹ ਚੀਜ਼ ਹੋ ਜਾਂਦੀ ਹੈ। ਤੇ ਇਹ ਤਾਂ ਹੀ ਹੈ ਜਿੱਥੇ ਬੰਦੇ ਨੂੰ ਹੁੰਦਾ ਕਿ ਜਿਹਨੇ ਸਾਰੇ ਕਾਸੇ ਨੂੰ ਸਿਰਜਿਆ ਆ, ਇਸ ਸਿਰਜਣ ਵਾਲਾ ਕਰਤਾਰ ਉਹੀ ਚਲਾਉਣ ਵਾਲਾ ਆ। ਮੇਰਾ ਤੇ ਇੱਕ ਥੋੜ੍ਹਾ ਜਿਹਾ ਕੰਟਰੀਬਿਊਸ਼ਨ ਆ, ਮੈਂ ਉਹ ਕੰਟਰੀਬਿਊਸ਼ਨ ਪਾਉਣਾ ਆ ਬਿਲਕੁਲ ਆਪਣੇ ਧਰਮ ਦੇ ਉੱਤੇ, ਜਿਹੜਾ ਮੇਰਾ ਧਰਮ ਬਣਦਾ ਆ। ਮੇਰਾ ਧਰਮ ਮਨੁੱਖ ਦਾ ਧਰਮ ਹੈ, ਮੇਰਾ ਧਰਮ ਸਿੱਖ ਦਾ ਧਰਮ ਹੈ। ਮੇਰਾ ਧਰਮ ਇਸ ਧਰਤੀ ਦੇ ਉੱਤੇ ਕੁਝ ਮਿਲੇ ਹੋਏ ਰੋਲ, ਕੋਈ ਮੇਰਾ ਸਕਿੱਲ ਆ, ਕੋਈ ਹੁਨਰ ਆ, ਕੋਈ ਕਾਰਗੁਜ਼ਾਰੀ ਹੈ ਮੇਰੀ, ਉਹਦਾ ਰਿਸ਼ਤੇ ਨਾਤਿਆਂ 'ਚ ਮੇਰਾ ਇੱਕ ਕੰਟਰੀਬਿਊਸ਼ਨ ਹੈ, ਇੱਕ ਬੇਟੇ ਦਾ, ਇੱਕ ਪਿਤਾ ਦਾ, ਇੱਕ ਪਤਨੀ ਦਾ, ਇੱਕ ਪਤੀ ਦਾ, ਇੱਕ ਭੈਣ ਦਾ, ਇੱਕ ਭਰਾ ਦਾ। ਮਤਲਬ ਇਸ ਤਰੀਕੇ ਦੇ ਨਾਲ ਹੈ ਸਾਰਾ। ਇਹ ਸਾਰੇ ਦਾ ਸਿਮਰਨ ਕਰਦਿਆਂ ਕਰਦਿਆਂ ਇਹ ਸੁਰਤ ਜਿਹੜੀ ਹੈ ਉਸ ਲੈਵਲ 'ਤੇ ਆਉਂਦੀ ਹੈ ਜਿੱਥੇ ਬੰਦਾ ਸਹੀ ਕੰਟਰੀਬਿਊਟਰ ਬਣਦਾ ਹੈ। ਇੱਕ ਰੰਗ ਹੋਰ ਲੈ ਲਿਆ ਜਾਏ, ਇਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਹੋਲ ਪਰਸੋਨਾ, ਪੂਰੀ ਸ਼ਖਸੀਅਤ ਬੰਦੇ ਦੀ, ਸ਼ਖਸੀ ਉਸਾਰੀ ਦੀ ਗੱਲ ਹੋ ਰਹੀ ਹੈ। ਇੱਕ ਬੰਦਾ ਡਾਕਟਰ ਤੇ ਬੜਾ ਵਧੀਆ ਆ, ਹਸਬੈਂਡ ਨਹੀਂ ਵਧੀਆ ਹੈਗਾ ਜਾਂ ਵਾਈਫ ਨਹੀਂ ਵਧੀਆ ਹੈਗੀ, ਗੜਬੜ ਹੋ ਗਈ। ਇੱਕ ਬੰਦਾ ਹਸਬੈਂਡ ਤੇ ਬਹੁਤ ਵਧੀਆ ਆ, ਪਰ ਜਿਸ ਕਿਤੇ ਕੰਮ ਕਰ ਰਿਹਾ ਕਿਸੇ ਕੋ ਵਰਕਰ ਠੀਕ ਨਹੀਂ ਉੱਥੇ। ਇੱਕ ਉਹ ਜਿਸ ਖਿੱਤੇ 'ਚ ਰਹਿ ਰਿਹਾ ਉੱਥੋਂ ਦਾ ਬਾਸ਼ਿੰਦਾ ਠੀਕ ਨਹੀਂ ਗਾ, ਉਹ ਗੜਬੜ ਹੋ ਗਈ ਸਾਰੀ। ਹਰ ਚੀਜ਼ ਹੀ ਕੰਟਰੀਬਿਊਟ ਕਰਦੀ ਹੈ। ਤੇ ਇਹ ਤਾਂ ਹੋ ਸਕਦਾ ਆ ਜੇ ਛੋਟੇ ਛੋਟੀਆਂ ਚੀਜ਼ਾਂ 'ਚ ਅਸੀਂ ਫਸੀਏ ਨਾ, ਤੇ ਅਸੀਂ ਆਪਣੇ ਰੋਲ ਨੂੰ ਵੇਖ ਕੇ ਉਹਨੂੰ ਪਲੇ ਕਰੇ ਚੱਲੀਏ। ਤੇ ਸਭ ਕਹਿੰਦੇ ਤਾਂ ਕਰ ਪਾਵਾਂਗੇ ਜੇ ਅਹਿਸਾਸ ਹੋਏਗਾ ਕਰਨ ਕਰਾਉਣ ਵਾਲਾ ਉਹ ਹੈ, ਮੈਨੂੰ ਉਹਦੀ ਯਾਦ ਵਿੱਚ ਰਹਿਣਾ ਚਾਹੀਦਾ ਆ। ਗੁਰੂ ਮਹਾਰਾਜ ਕਹਿੰਦੇ ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜਿਉ ਪਿੰਡ ਜਿਨ ਸਾਜਿਆ ਭਾਈ, ਦੇਕਰ ਆਪਣੀ ਵੱਥ। ਜਿਹੜੀ ਜ਼ਿੰਦਗੀ ਆ ਨਾ, ਇਹ ਉਹਦੀ ਵੱਥ ਹੈ। ਇਸ ਕਰਕੇ ਇਹਦੇ ਉੱਤੇ ਸਾਡੀ ਮਲਕੀਅਤ ਕੋਈ ਨਹੀਂ ਗਈ, ਇਹ ਤੇ ਉਹਨੇ ਮਿਲੀ ਹੈ, ਅਸੀਂ ਇਹਨੂੰ ਹੰਢਾ ਰਹੇ ਹਾਂ। ਸਭ ਕਹਿੰਦੇ ਤੇ ਜਿਤਨਾ ਬੰਦਾ ਜੀਵਨ ਦੇ ਨੇੜੇ ਰਹਿੰਦਾ ਹੈ, ਜ਼ਮੀਰ ਦੇ ਨੇੜੇ ਰਹਿੰਦਾ ਹੈ, ਆਤਮਾ ਦੇ ਨੇੜੇ ਰਹਿੰਦਾ ਹੈ, ਰੂਹ ਦੇ ਨੇੜੇ ਰਹਿੰਦਾ ਹੈ, ਉਤਨਾ ਪਿਓਰ ਰਹਿੰਦਾ ਆ। ਜਿਵੇਂ ਹੀ ਉਹ ਤੋਂ ਦੂਰ ਹੋਏਗਾ, ਕਿਉਂਕਿ ਮੈਂ ਕਿਹਾ ਲਿਵ ਧਾਤ ਇਕੱਠੇ ਚੱਲਦੇ ਨੇ, ਪਰ ਜਿਤਨੀ ਲਿਵ ਦੇ ਨੇੜੇ ਰਹਾਂਗੇ ਉਤਨਾ ਧਾਤ ਨਾਲ ਵੀ ਰਿਸ਼ਤਾ ਸਹੀ ਬਣਾ ਪਾਵਾਂਗੇ। ਕਿਉਂਕਿ ਇਹਦੇ ਨਾਲ ਬੰਦਾ ਉਸ ਵੱਥ ਨੂੰ ਇੰਜੋਏ ਕਰੇਗਾ, ਮਾਣੇਗਾ, ਜੋ ਇੱਕ ਗਿਫਟ ਦੇ ਤੌਰ 'ਤੇ ਨੂੰ ਮਿਲੀ ਹੋਈ ਹੈ। ਇਹਨੂੰ ਸਾਹਿਬ ਨੇ ਕਿਹਾ ਜਿਉ ਪਿੰਡ ਜਿਨ ਸਾਜਿਆ ਭਾਈ, ਦੇਕਰ ਆਪਣੀ ਵੱਥ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਕਥ। ਬਾਕੀ ਗੱਲਾਂ ਵੀ ਹੁੰਦੀਆਂ ਨੇ, ਆਪਾਂ ਕਥਾ ਵੀ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਜ਼ਰੂਰੀ ਵੀ ਹੈ। ਪਰ ਇਹ ਵਿਚਾਰ ਸਿਰਫ ਅਤੇ ਸਿਰਫ ਕਿਸੇ ਇੰਟਲੈਕਚੁਅਲਿਟੀ ਨੂੰ ਉਹਦੀ ਡੈਮੋਸਟ੍ਰੇਸ਼ਨ ਵਾਸਤੇ ਨਹੀਂ ਹੈ, ਨਾ ਸਿਰਫ ਇਸ ਕਰਕੇ ਕੋਈ ਕਿਸੇ ਨੂੰ ਸੁਣ ਰਿਹਾ ਹੈ ਕਿ ਮੈਂ ਕਿਸੇ ਬਹੁਤ ਵੱਡੇ ਫਲਸਫੇ ਦਾ ਰਸ ਮਾਨਣਾ ਹੈ। ਹਾਂ, ਇਹ ਥੋੜ੍ਹਾ ਬਹੁਤਾ ਰਸ, ਚਲੋ ਕੰਨ ਰਸ ਜਿਹਨੂੰ ਕਹਿ ਲਓ, ਬੰਦਾ ਮਾਨਣ ਵਾਸਤੇ ਥੋੜ੍ਹਾ ਬਹੁਤਾ ਜੀਵਨ ਚੱਲਦਾ, ਪਰ ਅਲਟੀਮੇਟ ਮਕਸਦ ਇਹ ਨਹੀਂ ਗਾ। ਇੱਥੇ ਕਥਨ ਕਹਾਉਣ ਦੇ ਵਿੱਚ ਕੁਝ ਵੀ ਪਕੜੇ 'ਚ ਨਹੀਂ ਆਉਣ ਵਾਲਾ। ਇਹ ਤੇ ਇੱਕ ਧਾਰਾ ਆ ਜਿਹਨੂੰ ਜੀ ਕੇ ਹੀ ਬੰਦਾ ਮਾਣ ਸਕਦਾ ਆ। ਇਹਨੂੰ ਸਾਹਿਬ ਨੇ ਕਿਹਾ ਕਿਨ ਕਹੀਏ ਕਿਉਂ ਦੇਖੀਏ ਭਾਈ, ਕਿਸ ਨੂੰ ਜਾ ਕੇ ਸਮਝਾਈਏ, ਕਿਸ ਰੂਪ ਦੇ ਵਿੱਚ ਇਹਨੂੰ ਐਕਸਪਲੇਨ ਕਰੀਏ। ਕਰਤਾ ਏਕ ਅਕਥ, ਕਰਨ ਕਰਾਉਣ ਵਾਲਾ ਤੇ ਅਕਥ ਹੈ, ਸਾਡੇ ਕਥਨ ਤੋਂ ਬਾਹਰ ਆਇਆ। ਤੁਹਾਨੂੰ ਆਪਣੇ ਗੁਰੂ ਦਾ ਵਿਸ਼ਵਾਸ ਹੋਏ, ਗੁਰੂ ਦੇ ਵਿਸ਼ਵਾਸ ਵਿੱਚ ਉਕਰੇ ਹੋਏ, ਉਸ ਰਾਹ ਤੇ ਤੁਸੀਂ ਫੋਲੋਵਰ ਬਣ ਜਾਓ। ਗੁਰੂ ਗੋਬਿੰਦ ਸਲਾਹੀਆ ਭਾਈ, ਜਿਸ ਤੇ ਜਾਪੈ ਤੱਥ। ਗੁਰੂ ਗੋਬਿੰਦ ਦੀ ਸਲਾਹੁਤਾ ਕਰੋ। ਗੁਰੂ ਗੋਬਿੰਦ ਦੀ ਸਲਾਹੁਤਾ ਵਡਿਆਈ ਕਰਨੀ। ਮਨੁੱਖੀ ਮਨ ਦੀ ਗੱਲ ਹੋ ਰਹੀ ਹੈ। ਕੁਦਰਤ ਨੇ ਇੱਕ ਐਸਾ ਇਕਵਿਪਮੈਂਟ ਬਿਲਡ ਕੀਤਾ ਆ ਹੈ ਕਿ ਜਿਹਦੇ ਬਾਬਤ ਇਹ ਕਹਿ ਲਿਆ ਜਾਏ ਕਿ ਇਹ ਬਹੁਤ ਜਲਦੀ ਦੂਜੇ ਦਾ ਇਨਫਲੂਐਂਸ ਆਉਣ ਦਿੰਦਾ ਆਪਣੇ ਉੱਤੇ। ਮਨ ਦਾ ਸੁਭਾਅ ਪਾਣੀ ਤੇ ਹਵਾ ਵਰਗਾ ਆ। ਹਵਾ ਨੂੰ ਤੁਸੀਂ ਦੇਖੋਗੇ ਜਿਵੇਂ ਗੁਜ਼ਰਦੀ ਹੈ, ਥੱਲੇ ਫੁੱਲਾਂ ਦਾ ਬਗੀਚਾ ਆ, ਹਵਾ ਉੱਤੋਂ ਗੁਜ਼ਰੀ, ਖੁਸ਼ਬੂ ਨਾਲ ਭਰ ਗਈ। ਮਨ ਦੀ ਦਸ਼ਾ ਐਸੀ ਹੈ, ਆਲੇ ਦੁਆਲੇ ਤੋਂ ਜੋ ਕਿਸੇ ਨੇ ਦੱਸ ਦਿੱਤਾ, ਜੋ ਕਿਸੇ ਤਰੀਕੇ ਨਾਲ ਐਕਸੀਡੈਂਟਲੀ ਜਾਂ ਇੰਟੈਂਸ਼ਨਲੀ ਸੁਣ ਲਿਆ, ਪੜ੍ਹ ਲਿਆ, ਉਹੀ ਰੂਪ ਬਣ ਗਿਆ। ਹੁਣ ਖੁਸ਼ਬੂ ਭਰੀ ਹੈ ਉਹਦੇ ਵਿੱਚ, ਥੋੜ੍ਹਾ ਅੱਗੇ ਗੰਦਗੀ ਦਾ ਢੇਰ ਪਿਆ ਆ। ਹਵਾ ਖੁਸ਼ਬੂ ਤੋਂ ਬਾਅਦ ਗੰਦਗੀ ਦੇ ਢੇਰ ਤੋਂ ਲੰਘੀ, ਗੰਦਗੀ ਦੀ ਸੜਾਂ ਦੇ ਨਾਲ ਭਰ ਗਈ। ਮਨ ਦੀ ਵੀ ਇਹੋ ਦਸ਼ਾ ਆ।
ਇਸ ਕਰਕੇ ਸਾਹਿਬ ਨੇ ਕਿਹਾ ਗੁਰੂ ਗੋਬਿੰਦ ਸਲਾਹੀਆ ਭਾਈ, ਗੁਰੂ ਗੋਬਿੰਦ ਦੀ ਸਲਾਹੁਤਾ 'ਚ ਜਾਓ, ਸਿਫਤ ਸਲਾਹ ਕਰੋ, ਜਿਹਦੀ ਵਡਿਆਈ ਸੁਣੋਗੇ, ਜਿਹਦੀ ਵਡਿਆਈ ਲਗਾਤਾਰ ਤੁਹਾਡੇ ਕੰਨਾਂ ਵਿੱਚ ਪਏਗੀ। ਸਪੋਜ਼ ਅੱਜ ਦੇ ਸਮਾਜ 'ਚ ਅਸੀਂ ਦੇਖਦੇ ਹਾਂ ਨਾ, ਮੁਸ਼ਕਿਲ ਇਹ ਬਣ ਗਈ ਹੈ ਕਿ ਅਰਾਊਂਡ, ਅਜੇ ਪ੍ਰੋਪਰ ਡਾਟਾ ਤੇ ਹੌਲੀ ਹੌਲੀ ਡਿਵੈਲਪ ਹੋਏਗਾ, ਪਰ ਇਹ ਮੰਨਿਆ ਜਾ ਰਿਹਾ ਮੋਰ ਦੈਨ 95% ਕਿਡਸ ਜਿਹੜੇ ਯੰਗ ਬੱਚੇ ਨੇ, ਦੇ ਜਸਟ ਵਾਂਟ ਟੂ ਬੀ ਯੂਟਿਊਬਰਸ। ਇਹ ਅੱਜ ਦੀ ਬਾਤ ਹੈ। ਤੇ ਉਹ ਜਿਹੜੀ ਹਾਲਤ ਆ, ਇਹ ਕੋਈ ਚੰਗੀ ਹਾਲਤ ਨਹੀਂ ਗੀ। ਇਹਦਾ ਮਤਲਬ ਇਹ ਹੈ ਕਿ ਐਕਚੁਅਲ ਲੈਵਲ 'ਤੇ ਬੜੀ ਛੋਟੀ ਏਜ ਦੇ ਵਿੱਚ ਦੂਜਿਆਂ ਨੂੰ ਕੋਈ ਦੱਸਣ, ਵਿਖਾਉਣ ਅਤੇ ਦੂਜਿਆਂ ਨੂੰ ਸਮਝਾਉਣ, ਜਾਂ ਦੂਜਿਆਂ ਨੂੰ ਜਿਹੜਾ ਹੈਗਾ ਆਪਣੇ ਆਪੇ ਨੂੰ ਉਹਨਾਂ ਦੇ ਸਾਹਮਣੇ ਇੱਕ ਪੀਸ ਦੇ ਤੌਰ 'ਤੇ ਪ੍ਰਜੈਂਟ ਕਰਨ ਦੀ ਗੱਲ ਹੋ ਰਹੀ ਹੈ। ਆਪਣੇ ਆਪ ਨੂੰ ਬਣਾਉਣ ਦੀ ਗੱਲ ਨਹੀਂ ਹੋ ਰਹੀ। ਅੱਧੀ ਕੱਚੀ ਤੇ ਰੋਟੀ ਵੀ ਬੰਦੇ ਨੂੰ ਪਸੰਦ ਨਹੀਂ ਆਉਂਦੀ। ਅਤੇ ਜਿਹੜਾ ਆਹ ਕੱਚ ਘਰੜ ਜਿਹਾ ਗਿਆਨ ਅਤੇ ਕੱਚ ਘਰੜ ਜਿਹੀ ਦੁਨੀਆ ਬਣਾ ਕੇ ਅਤੇ ਸਾਰੇ ਨੂੰ ਇਸ ਤਰੀਕੇ ਨਾਲ ਸ਼ੋਅ ਆਫ ਕੀਤਾ ਜਾ ਰਿਹਾ ਆ, ਸਮਾਜ ਇਹਦੇ ਨਾਲ ਗਰਕ ਹੋ ਜਾਏਗਾ। ਅਤੇ ਇਹ ਬਿਲਕੁਲ ਸਾਡੇ ਸਾਹਮਣੇ ਤਸਵੀਰ ਨਜ਼ਰ ਵੀ ਆ ਰਹੀ ਹੈ। ਪਰ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਉੱਤੇ ਇਹ ਹੈਗਾ ਕਿ ਹੁਣ ਯੰਗਸਟਰਸ ਨੇ ਸਭ ਜ਼ਿਆਦਾ ਚੀਜ਼ਾਂ ਚੰਗੀਆਂ ਕਿਉਂ ਲੱਗਦੀਆਂ? ਕਿਉਂਕਿ ਜਿਹੜਾ ਹਿਊਮਨ ਮਾਈਂਡ ਆ, ਇਹ ਡਿਸਿਪਲਨ ਤੋਂ ਭੱਜਦਾ ਆ। ਡਿਸਿਪਲਨ ਦੋ ਚੀਜ਼ਾਂ ਤੈਅ ਕਰਦਾ ਆ। ਨੰਬਰ 1 ਅਕਾਊਂਟੇਬਿਲਿਟੀ, ਨੰਬਰ 2 ਰਿਸਪੌਂਸਿਬਿਲਿਟੀ। ਦੀਜ਼ ਆਰ ਵੈਰੀ ਬਿਗ ਥਿੰਗਸ। ਮੈਂ ਕੋਈ ਕੰਮ ਕੀਤਾ, ਗਲਤ ਹੋਇਆ, ਠੀਕ ਹੋਇਆ, ਮੈਨੂੰ ਉਹਦੀ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਹੈ। ਅਤੇ ਜਦੋਂ ਇਹ ਚੀਜ਼ ਆਏਗੀ, ਇਹ ਤਾਂ ਬੜੀ ਵੱਡੀ ਗੱਲ ਹੋ ਜਾਏਗੀ। ਕੁਦਰਤ ਨੇ ਇਸ ਰੂਪ ਵਿੱਚ ਬਿਆਨ ਕੀਤਾ ਕਿ ਭਾਈ ਤੈਨੂੰ ਇਹਦਾ ਜ਼ਿੰਮਾ ਲਗਾਇਆ, ਜ਼ਿੰਮੇਦਾਰੀ ਹੋ ਗਈ ਨਾ, ਉਹਨੂੰ ਮੈਂ ਐਕਸੈਪਟ ਕਰਨ ਨੂੰ ਤਿਆਰ ਨਹੀਂ ਗਾ। ਫਿਰ ਉਸ ਤੋਂ ਬਾਅਦ ਜੇ ਮੈਂ ਉਹ ਜ਼ਿੰਮਾ ਨਹੀਂ ਲੈ ਰਿਹਾ, ਮਤਲਬ ਉਹਦੇ ਵਿੱਚੋਂ ਹੀ ਅਕਾਊਂਟੇਬਿਲਿਟੀ ਤੈਅ ਹੋਏਗੀ, ਕਿਉਂਕਿ ਫਿਰ ਮੈਂ ਉਹਦਾ ਜਵਾਬਦੇਹ ਵੀ ਹੋਵਾਂਗਾ। ਸੋ ਇਹ ਦੋ ਚੀਜ਼ਾਂ ਤੋਂ ਬੰਦਾ ਭੱਜ ਰਿਹਾ। ਜਿਹਨੂੰ ਅਸੀਂ ਪੇਰੈਂਟਸ ਕਹਿੰਦੇ ਹਾਂ, ਜਿਹਨੂੰ ਅਸੀਂ ਫੈਮਿਲੀ ਕਹਿੰਦੇ ਹਾਂ, ਫੈਮਿਲੀ ਸਿਰਫ ਤੁਹਾਨੂੰ ਬ੍ਰੈਡ ਬਟਰ ਨਹੀਂ ਪ੍ਰੋਵਾਈਡ ਕਰਦੀ, ਤੁਹਾਨੂੰ ਸਿਰਫ ਕਲੋਥਿੰਗ ਨਹੀਂ ਪ੍ਰੋਵਾਈਡ ਕਰਦੀ, ਸ਼ੈਲਟਰ ਨਹੀਂ ਪ੍ਰੋਵਾਈਡ ਕਰਦੀ। ਫੈਮਿਲੀ ਦਾ ਸਭ ਤੋਂ ਵੱਡਾ ਰੋਲ ਹੈ ਤੁਹਾਨੂੰ ਡਿਸਿਪਲਿਨ ਸਿਖਾਉਣਾ, ਤੁਹਾਨੂੰ ਰਿਸਪੌਂਸਿਬਿਲਿਟੀ ਸਿਖਾਉਣੀ, ਅਕਾਊਂਟੇਬਿਲਿਟੀ ਸਿਖਾਉਣੀ। ਇਹ ਚੀਜ਼ ਫੈਮਿਲੀ ਸਿਖਾਉਂਦੀ ਹੈ। ਅਤੇ ਜਦੋਂ ਇਹ ਫੈਮਿਲੀ ਸਿਖਾਉਂਦੀ ਹੈ ਤਾਂ ਫੈਮਿਲੀ ਬੜੀ ਬੁਰੀ ਲੱਗਦੀ ਉਸ ਏਜ ਦੇ ਵਿੱਚ। ਅਤੇ ਫਿਰ ਚੰਗਾ ਕੀ ਲੱਗਦਾ? ਉਹ ਵਰਲਡ ਚੰਗਾ ਲੱਗਦਾ ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ, ਉਹਦੇ ਬਾਬਤ ਮੈਨੂੰ ਕਹੇ ਵੀ ਠੀਕ ਨਹੀਂ ਗਈ, ਹਾਂ ਦੈਟਸ ਗੁੱਡ, ਸੇਮ ਲੈਵਲ 'ਤੇ ਆ ਗਿਆ। ਇੱਥੇ ਜਾ ਕੇ ਫਿਰ ਇਹੋ ਜਿਹੇ ਦੋਸਤ, ਇਹੋ ਜਿਹੇ ਮਿੱਤਰ ਜਿਹੜੇ ਸਾਨੂੰ ਇਸ ਚੀਜ਼ ਤੋਂ ਐਸਕੇਪ ਕਰਨ ਤੋਂ ਹੈਲਪ ਕਰਦੇ ਨੇ। ਫਿਰ ਪਰਿਵਾਰ ਦੀ ਸਲਾਹੁਤਾ ਨਹੀਂ ਕੋਈ ਕਰਦਾ। ਫੈਮਿਲੀ ਲਾਈਫ ਦੀ ਜੇ ਕਿਸੇ ਨੇ ਸਲਾਹੁਤਾ ਨਹੀਂ ਕਰਨੀ, ਪੇਰੈਂਟਸ ਦੀ ਸਲਾਹੁਤਾ ਨਹੀਂ ਕਰਨੀ, ਫੈਮਿਲੀ ਇਨਵਾਇਰਮੈਂਟ ਦੀ ਸਲਾਹੁਤਾ ਨਹੀਂ ਕਰਨੀ, ਕਿਉਂ ਚੰਗੀ ਲੱਗੇਗੀ? ਇਹ ਜਿਹੜਾ ਰੂਪ ਆ, ਇਹ ਫਿਰ ਇੱਕ ਅਜੀਬ ਤਰ੍ਹਾਂ ਦੀ ਹਾਲਤ 'ਤੇ ਚਲਾ ਜਾਂਦਾ ਹੈ। ਧਰਮ ਤੋਂ ਕਿਉਂ ਲੋਕੀ ਬਾਗੀ ਹੋ ਰਹੇ ਨੇ? ਧਰਮ ਦੀ ਸਲਾਹੁਤਾ ਨਹੀਂ ਹੋ ਰਹੀ। ਰੱਬ ਤੋਂ ਕਿਉਂ ਬਾਗੀ ਹੋ ਰਹੇ ਨੇ? ਸਲਾਹੁਤਾ ਨਹੀਂ ਹੋ ਰਹੀ। ਗੁਰੂ ਤੋਂ ਕਿਉਂ ਬਾਗੀ ਹੋ ਰਹੇ ਨੇ? ਸਲਾਹੁਤਾ ਨਹੀਂ ਹੋ ਰਹੀ, ਸਿਫਤ ਨਹੀਂ ਹੋ ਰਹੀ। ਉਹਦੀ ਰੀਅਲ ਜਿਹੜੀ ਵਡਿਆਈ ਉਹ ਵਿਖਾਈ ਨਹੀਂ ਜਾ ਰਹੀ। ਰਿਐਲਿਟੀ ਦੇ ਵਿੱਚ ਜੋ ਚੀਜ਼ ਦਿਖਾਈ ਜਾਵੇ ਕਿੰਨੀ ਕੰਮ ਦੀ ਚੀਜ਼ ਆ। ਹੁਣ ਆਪ ਦੇਖੋਗੇ ਅੱਜ ਸੁਸਾਇਟੀ ਕੁਝ ਨਾ ਸਾਈਨ ਐਂਡ ਸਿੰਪਟਮਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਟਰੀਟ ਕਰਨ 'ਤੇ ਲੱਗੀ ਹੈ, ਰੂਟਸ ਨੂੰ ਟਰੀਟ ਨਹੀਂ ਕਰ ਰਹੀ। ਜਿਹੜੀ ਰੂਟ ਆਫ, ਜਿਹਨੂੰ ਕਹਿੰਦੇ ਅਸੀਂ ਰੂਟ ਆਫ ਕਾਜ਼ ਆ, ਜਿਹੜੀ ਉਹਦੇ 'ਤੇ ਕੰਮ ਨਹੀਂ ਕਰ ਰਹੀ। ਕਿਹਾ ਜਾ ਰਿਹਾ ਹਾਂ ਨਸ਼ੇ ਛਡਾ ਲਓ ਲੋਕਾਂ ਦੇ, ਥੋੜ੍ਹੇ ਬਹੁਤੇ ਰੀਹੈਬ ਖੋਲ੍ਹ ਲਓ, ਰੀਹੈਬਲੀਟੇਸ਼ਨ ਸੈਂਟਰਸ ਬਣਾ ਲਓ। ਕਿਹਾ ਜਾ ਰਿਹਾ ਹਾਂ ਥੋੜ੍ਹਾ ਬਹੁਤਾ ਬੰਦਿਆਂ ਦੀ ਜਿਹੜਾ ਹੈਗਾ ਆ ਉਹਨਾਂ ਦੀ ਸਿਹਤ ਠੀਕ ਰੱਖਣ ਵਾਸਤੇ ਵੱਧ ਤੋਂ ਵੱਧ ਹੈਲਥ ਵਿੱਚ ਇਨਵੈਸਟ ਕਰ ਲਓ, ਇਸ ਚੀਜ਼ਾਂ 'ਚ ਕਰ ਲਓ। ਵਟ ਡਜ਼ ਗੁਰੂਜ਼ ਕੌਨਸੈਪਟ ਮੀਨ? ਗੁਰੂ ਦਾ ਕੌਨਸੈਪਟ ਇਹ ਹੈ ਭਾਈ ਨਸ਼ੇ ਨਹੀਂ ਕਰਨੇ, ਡਿਸਿਪਲਿਨਰੀ ਲਾਈਫ ਨੂੰ ਅਡਾਪਟ ਕਰਨਾ ਆ, ਸਵੇਰੇ ਸਮੇਂ ਨਾਲ ਉੱਠਣਾ ਹੈ, ਸਮੇਂ ਨਾਲ ਖਾਣਾ ਹੈ, ਸਮੇਂ ਨਾਲ ਪੀਣਾ ਹੈ, ਸਮੇਂ ਨਾਲ ਸੌਣਾ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਚੰਗਿਆਂ ਦੀ ਸੰਗਤ ਕਰੇ। ਇਹ ਸਾਰਾ ਕੁਝ ਕੀ ਹੈ? ਜੇ ਸਾਰੇ ਦੀ ਵਡਿਆਈ ਸਿਖਾਈ ਜਾਏ, ਦੱਸੀ ਜਾਏ ਕਿੰਨੀ ਬੈਨੀਫੀਸ਼ੀਅਲ ਚੀਜ਼ ਆ, ਸਮਾਜ ਆਪਣੇ ਆਪ ਬਦਲ ਜਾਏਗਾ। ਗੁਰੂ ਬਾਬਾ ਜੀ ਨੇ ਇੱਥੇ ਬਾਤ ਕੀਤੀ, ਗੁਰੂ ਗੋਬਿੰਦ ਸਲਾਹੀ ਹੈ ਭਾਈ, ਜਿਸ ਤੇ ਜਾਪੈ ਤੱਥ, ਜਿਹਦੇ ਤੋਂ ਅਸਲ ਜ਼ਿੰਦਗੀ ਦਾ ਤੱਥ ਮਿਲ ਜਾਏਗਾ,
ਅਸਲ ਫੈਕਚੁਅਲ ਲੈਵਲ ਤੇ ਫੈਕਟ ਸਮਝ ਆ ਜਾਏਗਾ। ਇੱਕ ਬਚਨ ਹੋਰ ਕਹਿ ਕੇ ਵਾਈਂਡ ਅਪ ਕਰ ਦਿੰਦੇ ਆ, ਜਾਂ ਕਹਿ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਬਾਕੀ ਇਹ ਰਾਹ ਫੋਲੋ ਕਰੋਗੇ ਨਾ, ਜੇ ਸਾਡੀ ਕੌਨਸ਼ੀਅਸ ਨੂੰ ਸਮਝਾਇਆ ਜਾਏ ਵੀ ਮਨਾ ਇਹ ਰਾਹ ਫੋਲੋ ਕਰ, ਸਭ ਕਹਿੰਦੇ ਸਭ ਕੁਛ ਹੀ ਇਹਦੇ ਵਿੱਚ ਆ। ਨੌ ਨਿਧ ਭਰੇ ਭੰਡਾਰ, ਹਰ ਤਰ੍ਹਾਂ ਦੀ ਨਿਧ, ਹਰ ਤਰ੍ਹਾਂ ਦਾ ਭੰਡਾਰ ਇਹਦੇ 'ਚ ਪਿਆ ਹੈਗਾ ਆ। ਤਿਸ ਕੀ ਕੀਮਤ ਨਾ ਪਵੈ ਭਾਈ, ਉੱਚਾ ਅਗੰਮ ਅਪਾਰ। ਬਾਕੀ ਅਕਾਲ ਪੁਰਖ ਵਾਹਿਗੁਰੂ ਉਹਨੂੰ ਕਿਵੇਂ ਐਵੈਲੂਏਟ ਕਰਾਂਗੇ, ਕਿਵੇਂ ਉਹਨੂੰ ਐਲੈਬੋਰੇਟ ਕਰਾਂਗੇ, ਸਮਝਾਵਾਂਗੇ, ਉਹ ਤੇ ਉੱਚਾ ਅਗੰਮ ਅਪਾਰ ਆ। ਅਗਲਾ ਬਚਨ ਹੈ, ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਬਾਕੀ ਸਭ ਨੂੰ ਪਾਲ ਰਿਹਾ, ਨਿਤਾ ਨਿਤਾ ਸਾਰ ਕਰ ਰਿਹਾ। ਇਹ ਉਹਦੀ ਨਵਾਜ਼ਿਸ਼ ਹੀ ਹੈ, ਇਹ ਸਭ ਉਹਦਾ ਆਪਣਾ ਨਿਜ਼ਾਮ ਹੈ। ਉਹਨੇ ਆਪਣੀ ਇਹ ਸਾਰੀ ਹੋਂਦ ਨੂੰ ਇਸ ਰੂਪ ਵਿੱਚ ਜੀਆਂ ਜਨਤਾ ਵਿੱਚ ਬਰਕਰਾਰ ਕੀਤਾ ਹੋਇਆ। ਸਤਿਗੁਰ ਪੂਰਾ ਭੇਟੀ ਹੈ ਭਾਈ, ਸ਼ਬਦ ਮਿਲਾਵਣ ਹਾਰ। ਤੁਸੀਂ ਸਤਿਗੁਰੂ ਪੂਰੇ ਨੂੰ ਆਪਣੇ ਆਪ ਨੂੰ ਭੇਟਿਤ ਕਰੋ, ਕਿਉਂਕਿ ਉਹਦੇ ਨਾਲ ਭੇਟਿਤ ਹੋਣ ਦੇ ਨਾਲ ਤੁਹਾਨੂੰ ਸ਼ਬਦ ਮਿਲਾਵਣ ਹਾਰ, ਜਿਹੜਾ ਸ਼ਬਦ ਆ ਇਹ ਤੁਹਾਡਾ ਮਿਲਾਪ ਕਰਨ ਵਾਸਤੇ ਸਭ ਤੋਂ ਵੱਡਾ ਮਦਦਗਾਰ ਸੋਰਸ ਆ। ਕਿਉਂਕਿ ਜਿਹੜੇ ਲੋਕ ਸ਼ਬਦ ਰੂਪ ਸੋਰਸ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੇ ਨੇ, ਆਪਣੇ ਆਪ ਨੂੰ ਜਿਹੜਾ ਅੰਗੇਜ ਕਰ ਲੈਂਦੇ ਨੇ, ਸ਼ਬਦ ਵਿੱਚ ਹੀ ਗੁਰੂ ਹੈ ਤੇ ਗੁਰੂ ਹੀ ਸਾਡੇ ਜੀਵਨ ਦਾ ਅਸਲ ਕਰਨਧਾਰ ਆ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਅਲਾਹੀ ਅਗੰਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਹੀ ਖਿਮਾ। ਢਾਡੀ ਵੀਰ ਆ ਗਏ ਨੇ, ਸੋ ਇੱਥੇ ਹੀ ਸਮਾਪਤੀ ਕਰ ਦਿੰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।